ਫਿਰ ਆਪਾਂ ਗੱਲਬਾਤ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਗੌੜੀ ਕੀ ਵਾਰ ਦੀ ਵਿਚਾਰ ਆਪਸ ਵਿੱਚ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 4 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 5ਵੀਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 319 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਇੱਥੇ ਬੰਦੇ ਦੀ ਹਾਲਾਤ ਦਰਸਾਈ ਹੈ ਕਿ ਕਈ ਬੰਦੇ ਆਮ ਇਸਤਰੀ ਪੁਰਸ਼ ਬਾਹਰੋਂ ਵੇਖਣ ਨੂੰ ਖੁਸ਼ ਨਜ਼ਰੀ ਪੈਂਦੇ ਨੇ, ਪਰ ਉਹਨਾਂ ਦੇ ਮਨ ਦੇ ਅੰਦਰ ਕੋਈ ਚਿੰਤਾ, ਕੋਈ ਫਿਕਰ, ਕੋਈ ਦੁੱਖ ਟਿਕਿਆ ਰਹਿੰਦਾ ਹੈ। ਅੰਦਰ ਦੁੱਖ ਹੈ ਲੇਕਿਨ ਬਾਹਰੋਂ ਉਹ ਸੁਖੀ ਨਜ਼ਰੀ ਪੈ ਰਹੇ ਨੇ। ਚਾਹੀਦਾ ਤੇ ਇਹ ਸੀ ਕਿ ਬੰਦਾ ਅੰਦਰੋਂ ਵੀ ਖੁਸ਼ ਹੁੰਦਾ ਔਰ ਬਾਹਰੋਂ ਵੀ ਖੁਸ਼ ਹੁੰਦਾ। ਅਸਲੀ ਖੁਸ਼ੀ ਤਾਂ ਉਹੀ ਹੈ ਜੋ ਮਨ ਕਰਕੇ ਵੀ ਖੁਸ਼ ਹੈ ਔਰ ਤਨ ਕਰਕੇ ਵੀ ਖੁਸ਼ ਹੈ। ਲੇਕਿਨ ਕਈ ਵਾਰ ਬਾਹਰੋਂ ਬੰਦਾ ਵਿਖਾਵਾ ਕਰ ਦਿੰਦਾ ਹੈ, ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ। ਜਿਵੇਂ ਅਸੀਂ ਆਮ ਹਾਲ ਚਾਲ ਪੁੱਛੀਏ ਕੀ ਹਾਲ ਹੈ ਤਾਂ ਅਸੀਂ ਕਹਿੰਦੇ ਜੀ ਬਿਲਕੁਲ ਠੀਕ, ਚੜ੍ਹਦੀ ਕਲਾ, ਆਨੰਦ ਬਣਿਆ ਹੋਇਆ ਹੈ, ਕਹਿੰਦੇ ਆ। ਲੇਕਿਨ ਅੰਦਰ ਕੋਈ ਚਿੰਤਾ ਪਰੇਸ਼ਾਨੀ ਹੁੰਦੀ ਹੈ, ਥੋੜੀ ਦੇਰ ਬਾਅਦ ਫਿਰ ਅਸੀਂ ਆਪਣੀ ਉਹ ਚਿੰਤਾ ਜ਼ਾਹਰ ਕਰਦੇ ਵੀ ਹਾਂ। ਤਾਂ ਉਹਦਾ ਰੀਜ਼ਨ ਕੀ ਹੈ ਔਰ ਕਿਵੇਂ ਅਸੀਂ ਅੰਦਰੋਂ ਬਾਹਰੋਂ ਖੁਸ਼ ਹੋ ਸਕਦੇ ਹਾਂ, ਇਸ ਸ਼ਲੋਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗਾਈਡ ਕੀਤਾ। ਅੰਤਰ ਚਿੰਤਾ ਨੈਣੀ ਸੁਖੀ। ਨੈਣੀ ਦਾ ਮਤਲਬ ਵੇਖਣ ਨੂੰ। ਜਿਸ ਮਨੁੱਖ ਦੇ ਮਨ ਵਿੱਚ ਚਿੰਤਾ ਹੈ, ਵੇਖਣ ਨੂੰ ਬੇਸ਼ੱਕ ਉਹ ਜ਼ਾਹਰਾ ਤੌਰ ਤੇ ਖੁਸ਼ ਨਜ਼ਰੀ ਪੈ ਰਿਹਾ ਹੈ। ਮੂਲ ਨਾ ਉਤਰੈ ਭੁੱਖ। ਮੂਲ ਦਾ ਮਤਲਬ ਮੂਲੋਂ। ਉਹਦੀ ਮਾਇਆ ਦੀ ਭੁੱਖ ਮੂਲੋਂ ਹੀ ਨਹੀਂ ਉਤਰਦੀ। ਹੁਣ ਇੱਥੇ ਨੁਕਤਾ ਹੈ ਕਿ ਜਿਸ ਦੇ ਅੰਦਰ ਮਾਇਆ ਦੀ ਭੁੱਖ ਹੈ, ਉਹ ਬਾਹਰੋਂ ਬੇਸ਼ੱਕ ਵੇਖਣ ਨੂੰ ਖੁਸ਼ ਪ੍ਰਤੀਤ ਹੋਏਗਾ, ਲੇਕਿਨ ਅੰਦਰ ਉਹਦੇ ਚਿੰਤਾ ਔਰ ਕੋਈ ਫਿਕਰ, ਕੋਈ ਦੁੱਖ, ਕੋਈ ਭੈ ਜ਼ਰੂਰ ਟਿਕਿਆ ਰਹੇਗਾ। ਹੁਣ ਇਸ ਚੀਜ਼ ਨੂੰ ਥੋੜਾ ਜਿਹਾ ਅਸਾਂ ਸਮਝਣਾ ਹੈ। ਮਾਇਆ ਚੀਜ਼ ਸਮਝਣ ਵਾਲੀ ਹੈ, ਖਾਸ ਕਰਕੇ। ਵੈਸੇ ਤਾਂ ਕਲਾਸ ਵਿੱਚ ਸਪਸ਼ਟ ਹੀ ਹੈ ਕਿ ਮਾਇਆ ਦਾ ਮਤਲਬ ਕੇਵਲ ਕੱਲਾ ਪੈਸਾ ਨਹੀਂ ਹੈ। ਮਾਇਆ ਦਾ ਮਤਲਬ ਇੱਕ ਸੋਚ ਹੈ। ਜਿਸ ਸੋਚ ਦੇ ਅੰਦਰ ਸੈਲਫਿਸ਼ਨੈਸ ਹੈ, ਜੋ ਸੋਚ ਸਾਨੂੰ ਅੰਦਰੋਂ ਬਾਹਰੋਂ ਇੱਕ ਨਹੀਂ ਹੋਣ ਦਿੰਦੀ, ਔਰ ਜਿਹੜੀ ਸੋਚ ਬੰਦੇ ਨੂੰ ਬੰਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਨ ਦਿੰਦੀ, ਉਹਦੇ ਅੰਦਰ ਐਸੀ ਸੋਚ ਟਿਕੀ ਹੋਈ ਹੈ। ਉਹਦੇ ਅੰਦਰ ਤ੍ਰਿਸ਼ਨਾ ਟਿਕੀ ਹੋਈ ਹੈ। ਤੇ ਜਿਹਦੇ ਅੰਦਰ ਤ੍ਰਿਸ਼ਨਾ ਹੈ ਜਾਂ ਐਸੀ ਸੋਚ ਹੈ, ਉਹ ਬਾਹਰੋਂ ਵੇਖਣ ਨੂੰ ਬੇਸ਼ੱਕ ਖੁਸ਼ ਪ੍ਰਤੀਤ ਹੋਏਗਾ, ਲੇਕਿਨ ਉਹਦੇ ਅੰਦਰ ਚਿੰਤਾ ਟਿਕੀ ਹੀ ਰਹਿੰਦੀ ਹੈ। ਇਸ ਲਈ ਗੱਲ ਹੈ ਸੋਚ ਦੀ। ਜੇ ਸੋਚ ਦੇ ਅੰਦਰ ਨੈਗੇਟਿਵਿਟੀ ਹੈ, ਨਕਾਰਾਤਮਕਤਾ ਹੈ, ਤਾਂ ਬੰਦਾ ਹਰ ਵਕਤ ਕੋਈ ਨਾ ਕੋਈ ਸੋਚਦਾ ਰਹੇਗਾ ਔਰ ਦੁਖੀ ਔਰ ਅਸ਼ਾਂਤ ਰਹੇਗਾ। ਤੇ ਜੇ ਅੰਦਰ ਪੋਜ਼ਿਟਿਵ ਥਿੰਕਿੰਗ ਹੈ, ਸਕਾਰਾਤਮਕ ਸੋਚ ਹੈ, ਜੇ ਅੰਦਰ ਰੱਬੀ ਗੁਣ ਨੇ, ਫਿਰ ਬੰਦਾ ਬਾਹਰੀ ਤੌਰ ਤੇ ਵੀ ਸੁਖੀ ਔਰ ਸ਼ਾਂਤ ਰਹੇਗਾ। ਤਾਂ ਸਾਡੇ ਆਮ ਚਿੰਤਾ ਪਰੇਸ਼ਾਨੀ ਦਾ ਕਾਰਨ ਸਾਡੀ ਸੋਚ ਹੈ, ਜੋ ਕਿ ਸਾਡੇ ਅੰਦਰ ਨੈਗੇਟਿਵ ਥਿੰਕਿੰਗ ਹੈ, ਜਿਹਦੇ ਅੰਦਰ ਤ੍ਰਿਸ਼ਨਾ ਹੈ, ਵਿਕਾਰ ਨੇ, ਪਾਪ ਨੇ। ਉਹ ਬਾਹਰੀ ਤੌਰ ਤੇ ਵੇਖਣ ਨੂੰ ਬੇਸ਼ੱਕ ਖੁਸ਼ ਹੋਏ, ਲੇਕਿਨ ਉਸ ਦੇ ਅੰਦਰ ਦੀ ਖੁਸ਼ੀ ਉਹਨੂੰ ਨਸੀਬ ਨਹੀਂ ਹੁੰਦੀ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਇਹ ਜਿਹੜਾ ਦੁੱਖ ਹੈ, ਸੱਚੇ ਨਾਮ ਤੋਂ ਬਿਨਾ। ਨਾਮ ਦਾ ਮਤਲਬ ਰੱਬੀ ਹੁਕਮ, ਨਾਮ ਦਾ ਮਤਲਬ ਰੱਬੀ ਗੁਣ। ਰੱਬੀ ਹੁਕਮ ਦੇ ਅੰਦਰ ਤੁਰਨ ਤੋਂ ਬਿਨਾ, ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾ, ਇਹ ਜਿਹੜਾ ਅੰਦਰਲਾ ਦੁੱਖ ਹੈ ਨਾ, ਇਹ ਕਿਸੇ ਦਾ ਵੀ ਨਹੀਂ ਉਤਰਦਾ। ਇਹ ਜਿਹੜਾ ਦੁੱਖ ਹੈ, ਅੰਦਰਲੀ ਜਿਹੜੀ ਚਿੰਤਾ ਹੈ, ਦੁੱਖ ਹੈ, ਪਰੇਸ਼ਾਨੀ ਹੈ, ਇਹ ਸੱਚੇ ਨਾਮ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ ਕਿਸੇ ਦਾ ਵੀ ਨਹੀਂ ਉਤਰਦਾ। ਹੁਣ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਸੁਖੀ ਔਰ ਸ਼ਾਂਤ ਰਹਿਣਾ ਚਾਹੁੰਦੇ ਹਾਂ,
ਤਾਂ ਸਾਡੀ ਸੋਚ ਦੇ ਅੰਦਰ ਰੱਬੀ ਗੁਣ ਚਾਹੀਦੇ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਸ਼ੁਭ ਜਜ਼ਬੇ ਸਾਡੀ ਸੋਚ ਵਿੱਚ ਚਾਹੀਦੇ ਨੇ, ਬੋਲਾਂ ਵਿੱਚ ਹੋਣ, ਬਿਹੇਵੀਅਰ ਦੇ ਅੰਦਰ ਹੋਣ। ਫਿਰ ਸਾਡਾ ਇਹ ਜਿਹੜਾ ਦੁੱਖ ਹੈ ਲੈ ਸਕਦਾ ਹੈ। ਜਦੋਂ ਤੱਕ ਅੰਦਰ ਸੱਚਾਈ ਨਹੀਂ ਹੈ, ਜਦੋਂ ਤੱਕ ਅਸੀਂ ਰੱਬੀ ਗੁਣਾਂ ਦੇ ਧਾਰਨੀ ਨਹੀਂ ਹਾਂ, ਜਦੋਂ ਤੱਕ ਬੰਦਾ ਰੱਬੀ ਰਜ਼ਾ ਦੇ ਵਿੱਚ ਨਹੀਂ ਰਹਿੰਦਾ, ਉਦੋਂ ਤੱਕ ਇਹ ਦੁੱਖ ਕਿਸੇ ਦਾ ਵੀ ਨਹੀਂ ਉਤਰਦਾ। ਚਾਹੇ ਬਾਹਰੀ ਤੌਰ ਤੇ ਉਹਦੇ ਕੋਲ ਕਿੰਨੀ ਵੀ ਪ੍ਰਾਪਰਟੀ ਆ ਜਾਏ, ਜਾਂ ਬਾਹਰੀ ਤੌਰ ਤੇ ਉਹ ਕਿੰਨਾ ਵੀ ਵਿਕਾਸ ਕਰ ਲਵੇ, ਅੰਤਰ ਉਹਦੇ ਚਿੰਤਾ, ਦੁੱਖ ਔਰ ਪਰੇਸ਼ਾਨੀ ਟਿਕੀ ਰਹੇਗੀ। ਔਰ ਹਕੀਕਤ ਹੈ, ਇਸ ਦੁਨੀਆ ਦੇ ਅੰਦਰ ਆਮ ਜੋ ਗਰੀਬ ਬੰਦਾ ਹੈ ਉਹ ਤੇ ਦੁਖੀ ਹੈ, ਸਮਝ ਪੈਂਦੀ ਹੈ। ਪਰ ਇੱਥੇ ਬਹੁਤ ਸਾਰੇ ਅਮੀਰ ਲੋਕ ਨੇ ਜਿਨ੍ਹਾਂ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ, ਐਜੂਕੇਸ਼ਨ ਦੀ ਕੋਈ ਕਮੀ ਨਹੀਂ, ਪਰ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਨੇ, ਨਿਊਰੋਸਥੀਨੀਆ ਦਾ ਸ਼ਿਕਾਰ ਹੋ ਗਏ ਨੇ, ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਗਏ ਨੇ। ਰੀਜ਼ਨ ਅੰਦਰ ਦੀ ਨੈਗੇਟਿਵਿਟੀ, ਅੰਦਰ ਸ਼ੁਭ ਗੁਣਾਂ ਦਾ ਨਾ ਹੋਣਾ। ਮਹਿਲਾ ਪੰਜਵਾਂ, ਮੁਠੜੇ ਸੇਈ ਸਾਥ ਜਿੰਨੀ ਸੱਚ ਨਾ ਲੱਦਿਆ। ਇਹਨੂੰ ਲੱਦਿਆ ਓਲਾ ਜਾਂ ਨਹੀਂ ਬੋਲਣਾ, ਲੱਦਿਆ। ਮੁਠੜੇ ਦਾ ਮਤਲਬ ਮੁੱਠੇ ਗਏ, ਲੁੱਟੇ ਗਏ। ਸਾਥ ਦਾ ਮਤਲਬ ਕਾਫਲੇ, ਟੋਲੇ। ਲੱਦਿਆ ਦਾ ਮਤਲਬ ਜਿਨ੍ਹਾਂ ਨੇ ਵਿਹਾਜਿਆ ਨਹੀਂ ਹੈ। ਉਹਨਾਂ ਜੀਵ ਵਣਜਾਰਿਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਸੱਚ ਨਹੀਂ ਲੱਦਿਆ, ਜਿਨ੍ਹਾਂ ਨੇ ਸੱਚ ਦਾ ਸੰਗ੍ਰਹਿਣ ਨਹੀਂ ਕੀਤਾ। ਉਹ ਟੋਲਿਆਂ ਦੇ ਟੋਲੇ ਲੁੱਟੇ ਗਏ, ਉਹਨਾਂ ਦੇ ਆਤਮਿਕ ਜੀਵਨ ਲੁੱਟੇ ਗਏ, ਉਹਨਾਂ ਦੀਆਂ ਖੁਸ਼ੀਆਂ ਖਤਮ ਹੋ ਗਈਆਂ, ਉਹਨਾਂ ਦਾ ਅੰਦਰ ਦਾ ਖੇੜਾ ਖਤਮ ਹੋ ਗਿਆ, ਉਹਨਾਂ ਦੇ ਅੰਦਰੋਂ ਇਨਸਾਨੀਅਤ ਜਾਂਦੀ ਰਹੀ, ਉਹਨਾਂ ਦੇ ਅੰਦਰੋਂ ਖੁਸ਼ੀਆਂ ਖਤਮ ਹੋ ਗਈਆਂ। ਟੋਲਿਆਂ ਦੇ ਟੋਲੇ ਲੁੱਟੇ ਗਏ, ਖੁਸ਼ੀਆਂ, ਖੇੜੇ, ਪ੍ਰਸੰਨਤਾ ਕਿਹਨਾਂ ਦੇ? ਜਿਨ੍ਹਾਂ ਨੇ ਸੱਚ ਨਹੀਂ ਲੱਦਿਆ, ਜਿਨ੍ਹਾਂ ਨੇ ਆਪਣੇ ਅੰਦਰ ਸੱਚ ਨੂੰ ਨਹੀਂ ਵਸਾਇਆ। ਹੁਣ ਇਹ ਦੁਨੀਆ ਦੇ ਅੰਦਰ ਕਿਤਨੇ ਲੋਕ ਨੇ ਜੋ ਝੂਠ, ਪਾਪ, ਫਰੇਬ ਆਦਿਕ ਲੱਦ ਕੇ ਫਿਰ ਰਹੇ ਨੇ ਆਪਣੇ ਦਿਮਾਗ ਵਿੱਚ, ਮਨ ਵਿੱਚ, ਬੁੱਧ ਦੇ ਅੰਦਰ। ਉਹਨਾਂ ਦਾ ਆਤਮਿਕ ਜੀਵਨ ਲੁੱਟਿਆ ਜਾਏਗਾ, ਖੁਸ਼ੀਆਂ ਲੁੱਟੀਆਂ ਜਾਣਗੀਆਂ। ਤੇ ਜਿਨ੍ਹਾਂ ਨੇ ਆਪਣੇ ਅੰਦਰ ਸੱਚ ਨੂੰ, ਸ਼ੁਭ ਗੁਣਾਂ ਨੂੰ ਸੰਗ੍ਰਹਿਣ ਕੀਤਾ ਹੈ, ਉਹਨਾਂ ਦੀਆਂ ਖੁਸ਼ੀਆਂ, ਖੇੜੇ, ਇਨਸਾਨੀਅਤ ਬਿਲਕੁਲ ਕਾਇਮ ਰਹਿੰਦੀ ਹੈ, ਖੁਸ਼ੀਆਂ ਕਾਇਮ ਰਹਿੰਦੀਆਂ ਨੇ। ਤਾਂ ਉਹ ਜੀਵ ਵਣਜਾਰੇ ਲੁੱਟੇ ਜਾਂਦੇ ਨੇ ਜਿਨ੍ਹਾਂ ਨੇ ਸੱਚ ਦਾ ਸੌਦਾ ਨਹੀਂ ਵਿਹਾਜਿਆ, ਸੱਚੀ ਜ਼ਿੰਦਗੀ ਨਹੀਂ ਜੀਵੀ। ਨਾਨਕ ਸੇ ਸ਼ਾਬਾਸ ਜਿੰਨੀ ਗੁਰਮਿਲ ਇੱਕ ਪਛਾਣਿਆ। ਸ਼ਾਬਾਸ ਦਾ ਮਤਲਬ ਧੰਨ, ਧੰਤਾ ਯੋਗ। ਗੁਰਮਿਲ ਦਾ ਮਤਲਬ ਗੁਰੂ ਨੂੰ ਮਿਲ ਕੇ। ਗੁਰੂ ਪਾਤਸ਼ਾਹ ਕਹਿੰਦੇ ਨੇ ਸ਼ਾਬਾਸ਼ ਉਹਨਾਂ ਦੇ, ਧੰਤਾ ਯੋਗ ਹੈ ਉਹਨਾਂ ਦਾ ਜੀਵਨ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇੱਕ ਦੀ ਪਹਿਚਾਨ ਕਰ ਲਈ ਹੈ, ਇੱਕ ਨੂੰ ਪਛਾਣ ਲਿਆ ਹੈ। ਇੱਕ ਨੂੰ ਪਛਾਣਨ ਦਾ ਮਤਲਬ ਜੋ ਸਾਰਿਆਂ ਦੇ ਅੰਦਰ ਇੱਕ ਨੂੰ ਵੇਖਦੇ ਨੇ, ਜਿਨ੍ਹਾਂ ਨੇ ਇਸ ਚੀਜ਼ ਨੂੰ ਪਹਿਚਾਨ ਲਿਆ ਹੈ ਕਿ ਇੱਕ ਹੀ ਇਸ ਸੰਸਾਰ ਦੇ ਅੰਦਰ ਪਸਰਿਆ ਹੋਇਆ ਹੈ। ਔਰ ਪਛਾਣਨ ਤੋਂ ਭਾਵ ਜਿਨ੍ਹਾਂ ਨੇ ਜਾਣ ਪਛਾਣ ਬਣਾ ਲਈ ਉਸ ਪ੍ਰਭੂ ਦੇ ਗੁਣਾਂ ਦੇ ਨਾਲ, ਜੋ ਅੰਦਰੋਂ ਬਾਹਰੋਂ ਇੱਕ ਹੋ ਗਏ ਨੇ। ਦੇਖੋ, ਜਿਸ ਨੇ ਇੱਕ ਨੂੰ ਪਛਾਣ ਲਿਆ ਕਿ ਸਾਰਿਆਂ ਦੇ ਅੰਦਰ ਰੱਬੀ ਜੋਤ ਹੈ, ਤਾਂ ਫਿਰ ਉਹ ਸਾਰਿਆਂ ਦੇ ਨਾਲ ਵਿਹਾਰ ਵੀ ਰੱਬ ਵਰਗਾ ਕਰੇਗਾ, ਪਿਆਰ, ਸਤਿਕਾਰ। ਜਿਨੇ ਇੱਕ ਨੂੰ ਪਛਾਣ ਲਿਆ, ਉਹਦੀ ਨਿਸ਼ਾਨੀ ਹੋਏਗੀ ਕਿ ਉਹ ਅੰਦਰੋਂ ਬਾਹਰੋਂ ਇੱਕ ਹੋਏਗਾ, ਮਨ, ਬਚਨ ਔਰ ਕਰਮ ਕਰਕੇ। ਉਹਦਾ ਬਿਹੇਵੀਅਰ ਸਾਰਿਆਂ ਦੇ ਨਾਲ ਇੱਕ ਵਰਗਾ ਹੋਏਗਾ, ਉਹ ਇੱਕ ਦੇ ਨਾਲ ਜੁੜਿਆ ਹੋਇਆ ਹੋਏਗਾ। ਗੁਰੂ ਜੀ ਕਹਿੰਦੇ ਨੇ ਧੰਤਾ ਯੋਗ ਹੈ ਉਹਨਾਂ ਦੀ ਜ਼ਿੰਦਗੀ ਜਿਨ੍ਹਾਂ ਨੇ ਉਸ ਇੱਕ ਨੂੰ ਪਛਾਣ ਲਿਆ ਹੈ। ਗੁਰਦੇਵ ਨੇ ਹੋਰ ਥਾਂ ਵੀ ਬਚਨ ਕੀਤਾ ਹੈ ਨਾ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ। ਇਸ ਸ਼ਲੋਕ ਦੇ ਅੰਤ ਵਿੱਚ ਕਿਹਾ ਹੈ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣਾ ਚਾਖ। ਜੋ ਜ਼ਿੰਦਗੀ ਦੇ ਅੰਦਰ ਲੇਖੇ ਲੱਗਣੀ, ਉਹ ਤਾਂ ਸਿਰਫ ਇੱਕ ਗੱਲ ਹੀ ਹੈ ਕਿ ਅਸੀਂ ਸੱਚ ਦੇ ਨਾਲ ਜੁੜ ਜਾਈਏ। ਬਾਕੀ ਜਿਹੜੇ ਕਰਮਕਾਂਡ ਨੇ ਉਹ ਤੇ ਹੋਮੇ ਦੇ ਵਾਦ ਵਿਵਾਦ ਨੇ। ਤਾਂ ਜਿਨ੍ਹਾਂ ਨੇ ਇੱਕ ਨੂੰ ਪਛਾਣ ਲਿਆ, ਇੱਕ ਦੇ ਨਾਲ ਜੁੜ ਗਏ, ਅੰਦਰੋਂ ਬਾਹਰੋਂ ਜੋ ਇੱਕ ਹੋ ਗਏ, ਉਹਨਾਂ ਦਾ ਜੀਵਨ ਧੰਤਾ ਯੋਗ ਹੈ। ਸ਼ਾਬਾਸ਼ ਹੈ ਉਹਨਾਂ ਦੀ ਜ਼ਿੰਦਗੀ ਨੂੰ, ਔਰ ਮੁਬਾਰਕ ਹੈ ਉਹਨਾਂ ਦਾ ਜੀਵਨ। ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਖੇੜੇ ਬਣੇ ਰਹਿੰਦੇ ਨੇ।
ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਸਾਧ ਦਾ ਮਤਲਬ ਸਚਿਆਰ ਇਨਸਾਨ। ਆਪਾਂ ਸ਼ੁਰੂ ਦੇ ਵਿੱਚ ਵਿਚਾਰ ਕੀਤੀ ਸੀ, ਮੈਂ ਥੋੜਾ ਤੁਹਾਨੂੰ ਫਿਰ ਧਿਆਨ ਦਵਾ ਦਿਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਹੈ ਸਚਿਆਰ। ਕਿਉਂ ਸਚਿਆਰਾ ਹੋਈ ਹੈ, ਕਿ ਸਚਿਆਰ ਕਿਵੇਂ ਬਣਨਾ ਹੈ। ਸਾਡੀ ਜ਼ਿੰਦਗੀ ਦਾ ਗੋਲ ਹੈ ਸਚਿਆਰ ਹੋਣਾ। ਸਾਡੀ ਭਾਵਨਾ ਸੱਚੀ ਹੋਏ, ਸਾਡੇ ਬੋਲ ਸੱਚੇ ਹੋਣ, ਸਾਡੀ ਬਿਹੇਵੀਅਰ ਸੱਚਾ ਹੋਵੇ, ਸਚਿਆਰ। ਗੁਰੂ ਨਾਨਕ ਦੇਵ ਜੀ ਸਚਿਆਰ ਸ਼ਬਦ ਵਰਤ ਰਹੇ ਨੇ। ਗੁਰੂ ਅੰਗਦ ਦੇਵ ਜੀ ਆਸ਼ਿਕ ਸ਼ਬਦ ਵਰਤ ਰਹੇ ਨੇ। ਗੁਰੂ ਅਮਰਦਾਸ ਜੀ ਗੁਰਮੁਖ ਸ਼ਬਦ ਵਰਤਦੇ ਨੇ ਸਚਿਆਰ ਵਾਸਤੇ ਹੀ। ਗੁਰੂ ਰਾਮਦਾਸ ਜੀ ਸਿੱਖ ਸਿੱਖੜਾ ਗੁਰਸਿੱਖੜਾ ਸ਼ਬਦ ਵਰਤਦੇ ਨੇ। ਤੇ ਗੁਰੂ ਅਰਜਨ ਪਾਤਸ਼ਾਹ ਜੀ ਸਾਧ ਸੰਤ ਬ੍ਰਹਮ ਗਿਆਨੀ ਆਦਿਕ ਸ਼ਬਦ ਵਰਤਦੇ ਨੇ ਸਚਿਆਰ ਵਾਸਤੇ। ਗੁਰੂ ਤੇਗ ਬਹਾਦਰ ਜੀ ਜਨ ਸ਼ਬਦ ਵਰਤ ਰਹੇ ਨੇ। ਤਾਂ ਇਹਨਾਂ ਸਾਰਿਆਂ ਸ਼ਬਦਾਂ ਦਾ ਮੀਨਿੰਗ ਹੈ ਸਚਿਆਰ। ਕਿਤੇ ਇਹ ਸ਼ਬਦ ਗੁਰੂ ਵਾਸਤੇ ਵੀ ਆਏ ਨੇ, ਕਿਤੇ ਸੰਤ ਸ਼ਬਦ ਰੱਬ ਵਾਸਤੇ ਵੀ ਆਇਆ ਹੈ। ਇਹ ਆਪਾਂ ਵਿਚਾਰ ਕਰ ਚੁੱਕੇ ਹਾਂ। ਇੱਥੇ ਸਾਧ ਦਾ ਮਤਲਬ ਹੈ ਸਚਿਆਰ, ਜੋ ਮਨ ਬਚਨ ਕਰਮ ਕਰਕੇ ਸੱਚਾ ਹੈ, ਜਿਨੇ ਗੁਰੂ ਨੂੰ ਮਿਲ ਕੇ ਇੱਕ ਨੂੰ ਪਛਾਣ ਲਿਆ ਹੈ, ਉਹਦੀ ਗੱਲ ਹੋ ਰਹੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿੱਥੇ ਵੀ ਐਸੇ ਸਚਿਆਰ ਪੁਰਸ਼ ਬਹਿੰਦੇ ਨੇ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਇੱਕ ਨੂੰ ਪਛਾਣ ਲਿਆ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜ ਗਏ ਨੇ, ਸੋ ਥਾਨ ਸੁਹੰਦਾ, ਉਹ ਥਾਂ ਸੋਹਣਾ ਬਣ ਜਾਂਦਾ ਹੈ। ਉਹ ਥਾਂ ਸੋਹਣਾ ਬਣ ਜਾਂਦਾ ਹੈ ਜਿੱਥੇ ਐਸੇ ਸਚਿਆਰ ਪੁਰਸ਼ ਬਹਿੰਦੇ ਨੇ, ਕਿਉਂਕਿ ਉਹ ਜਿੱਥੇ ਵੀ ਬਹਿਣਗੇ ਉੱਥੇ ਉਹ ਸੱਚ ਦੀ ਗੱਲ ਕਰਨਗੇ, ਉਹ ਥਾਂ ਸੁਹਾਵਣਾ ਹੋ ਜਾਏਗਾ। ਤੇ ਜਿੱਥੇ ਚੋਰ ਬਹਿਣਗੇ, 2 ਨੰਬਰ ਦੇ ਧੰਦੇ ਕਰਨ ਵਾਲੇ ਬਹਿਣਗੇ, ਕਿਉਂਕਿ ਉਹਨਾਂ ਨੇ ਉੱਥੇ ਵਿਚਾਰ ਹੀ ਮਾੜੀ ਕਰਨੀ ਹੈ, ਇਸ ਕਰਕੇ ਉਹ ਜਗ੍ਹਾ ਵੀ ਮਾੜੀ ਹੋ ਜਾਏਗੀ। ਜਿਹੜਾ ਉੱਥੇ ਜਾਏਗਾ ਉਹ ਲੁੱਟਿਆ ਜਾਏਗਾ। ਜਿੱਥੇ ਬੈਠ ਕੇ ਗੁਰੂ ਦੀ ਵਿਚਾਰ ਕਰੋਗੇ ਉਹ ਥਾਂ ਵੀ ਸੁਹਾਵਣਾ ਹੋ ਜਾਏਗਾ। ਜੋ ਉਸ ਜਗ੍ਹਾ ਤੇ ਜਾ ਕੇ ਬੈਠੇਗਾ ਉਹਨਾਂ ਦੇ ਨਾਲ, ਉਹਦਾ ਵੀ ਜੀਵਨ ਸਫਲਾ ਹੋਏਗਾ। ਇਸ ਲਈ ਜਿੱਥੇ ਸਚਿਆਰ ਪੁਰਸ਼ ਬਹਿੰਦੇ ਨੇ ਉਹ ਥਾਂ ਸੁਹਾਵਣਾ ਹੈ, ਉਹ ਚਾਹੇ ਝੌਂਪੜੀ ਹੈ, ਉਹ ਚਾਹੇ ਮਹਿਲ ਹੈ। ਕਿਉਂਕਿ ਸੁਹਾਵਣਾ ਥਾਂ ਕਿਉਂ ਹੈ? ਉਹ ਸੇਵਨ ਸਮ੍ਰਿਤ ਆਪਣਾ, ਇਹਨੂੰ ਸਮਰੱਥ ਨਹੀਂ ਪੜਨਾ, ਸਿਹਾਰੀ ਦੀ ਆਵਾਜ਼ ਵੀ ਆਏਗੀ ਸਮ੍ਰਿਤ। ਉਹ ਸੇਵਨ ਸਮ੍ਰਿਤ ਆਪਣਾ, ਬਿਨਸੈ ਸਭ ਮੰਦਾ। ਮੰਦਾ ਦਾ ਮਤਲਬ ਭੈੜ, ਬੁਰਾਈ। ਉਹ ਸੇਵਨ ਸਾਹਿਬ ਸਮ੍ਰਿਤ ਆਪਣਾ, ਉਹ ਸਰਬ ਸ਼ਕਤੀਮਾਨ ਪ੍ਰਭੂ ਨੂੰ ਯਾਦ ਕਰਦੇ ਨੇ, ਉਹਦੀ ਰਜ਼ਾ ਦੇ ਵਿੱਚ ਤੁਰਦੇ ਨੇ। ਸੇਵਨ ਦਾ ਮਤਲਬ ਰਜ਼ਾ ਵਿੱਚ ਤੁਰਨਾ। ਉਹ ਰੱਬੀ ਰਜ਼ਾ ਵਿੱਚ ਤੁਰਦੇ ਨੇ, ਉਹ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ। ਬਿਨਸੈ ਸਭ ਮੰਦਾ, ਉਹਨਾਂ ਦੇ ਅੰਦਰੋਂ ਸਾਰਾ ਭੈੜ ਮੁੱਕ ਜਾਂਦਾ ਹੈ, ਉਹਨਾਂ ਦੇ ਅੰਦਰੋਂ ਸਾਰੀ ਬੁਰਾਈ ਮੁੱਕ ਜਾਂਦੀ, ਉਹਨਾਂ ਦੇ ਅੰਦਰ ਫਿਰ ਕੋਈ ਬੁਰਾਈ ਨਹੀਂ ਰਹਿੰਦੀ। ਜਿਹੜਾ ਸਚਿਆਰ ਇਨਸਾਨ ਹੈ ਨਾ, ਜਿਸ ਦੇ ਅੰਦਰ ਸੱਚ ਹੈ, ਜੋ ਗੁਰੂ ਦੇ ਦੱਸੇ ਤੇ ਰਾਹ ਤੇ ਚੱਲਦਾ ਹੈ, ਉਹਦੇ ਅੰਦਰ ਫਿਰ ਕੋਈ ਬੁਰਾਈ ਨਹੀਂ ਰਹੇਗੀ। ਕਿਉਂਕਿ ਅੰਦਰ ਸੋਚ ਸੱਚੀ ਹੈ, ਸੋਚ ਪਰਉਪਕਾਰ ਵਾਲੀ ਹੈ, ਸੋਚ ਪਿਆਰ ਵਾਲੀ ਹੈ, ਤਾਂ ਉੱਥੇ ਕੋਈ ਬੁਰਾਈ ਰਹੇਗੀ ਨਹੀਂ। ਤੇ ਜਿਸ ਦੇ ਅੰਦਰ ਬੁਰਾਈ ਨਹੀਂ ਹੈ, ਨਾ ਉਹ ਬੁਰੇ ਬੋਲ ਬੋਲੇਗਾ, ਨਾ ਉਹ ਬੁਰੇ ਕਰਮ ਕਰੇਗਾ। ਤੇ ਜਿਸ ਦੇ ਅੰਦਰ ਬੁਰਾਈ ਨਹੀਂ, ਉਹਦੇ ਅੰਦਰ ਚੰਗਿਆਈ ਹੋਏਗੀ। ਤੇ ਜਿੱਥੇ ਚੰਗਿਆਈ ਹੋਏਗੀ ਉੱਥੇ ਸੁੱਖ ਵੀ ਹੋਏਗਾ, ਉੱਥੇ ਸ਼ਾਂਤੀ ਵੀ ਹੋਏਗੀ, ਉੱਥੇ ਕੋਈ ਭੈ ਵੀ ਨਹੀਂ ਹੋਏਗਾ। ਪਤਿਤ ਉਦਾਹਰਣ ਪਾਰ ਬ੍ਰਹਮ, ਸੰਤ ਵੇਦ ਕਹੰਦਾ। ਪਤਿਤ ਉਦਾਹਰਣ, ਵਿਕਾਰਾਂ ਦੇ ਅੰਦਰ ਡਿੱਗਿਆਂ ਨੂੰ ਬਚਾਉਣ ਵਾਲਾ। ਪਤਿਤ ਦਾ ਮਤਲਬ ਹੁੰਦਾ ਹੈ ਜੋ ਪਾਪੀ ਨੇ, ਵਿਕਾਰੀ ਨੇ। ਪਤਿਤ ਉਦਾਹਰਣ ਦਾ ਮਤਲਬ ਵਿਕਾਰੀਆਂ ਨੂੰ ਬਚਾਉਣ ਵਾਲਾ। ਪਾਰ ਬ੍ਰਹਮ ਦਾ ਮਤਲਬ ਪ੍ਰਭੂ। ਜੋ ਪ੍ਰਭੂ ਹੈ, ਰੱਬ ਹੈ, ਉਹ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਇੱਥੇ ਹੁਣ ਸਾਨੂੰ ਪੋਜ਼ਿਟਿਵ ਸੋਚ ਦਿੱਤੀ ਜਾ ਰਹੀ ਹੈ ਕਿ ਜੇ ਕਿਸੇ ਦੀ ਜ਼ਿੰਦਗੀ ਵਿੱਚ ਬੁਰਾਈਆਂ ਨੇ, ਜੇ ਕਿਸੇ ਦੇ ਜੀਵਨ ਵਿੱਚ ਨੈਗੇਟਿਵਿਟੀ ਹੈ, ਜੇ ਕੋਈ ਚਿੰਤਾ ਪਰੇਸ਼ਾਨੀਆਂ ਦੇ ਅੰਦਰ ਫਸ ਗਿਆ ਹੈ ਪਾਪਾਂ ਵਿਕਾਰਾਂ ਕਰਕੇ, ਤਾਂ ਉਹਦੇ ਵਾਸਤੇ ਪ੍ਰਕਾਸ਼ ਦੀ ਕਿਰਨ ਹੈ, ਉਮੀਦ ਹੈ ਕਿ ਪ੍ਰਭੂ ਜੋ ਹੈ ਪਤਿਤ ਉਦਾਹਰਣ ਵਾਲਾ ਹੈ। ਜੇ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਏ ਤਾਂ ਉਹ ਪਤਿਤ ਵੀ ਪਾਵਨ ਹੋ ਸਕਦਾ ਹੈ। ਉਹ ਗਿਰਿਆ ਹੋਇਆ ਵਿਕਾਰਾਂ ਦੇ ਵਿੱਚ ਬੰਦਾ ਵੀ ਵਿਕਾਰਾਂ ਤੋਂ ਬਾਹਰ ਆ ਸਕਦਾ ਹੈ। ਨੈਗੇਟਿਵ ਥਿੰਕਿੰਗ ਵਾਲੇ ਦੇ ਅੰਦਰ ਵੀ ਪੋਜ਼ਿਟਿਵਿਟੀ ਪੈਦਾ ਹੋ ਸਕਦੀ ਹੈ।
ਢਹਿੰਦੀ ਕਲਾ ਵਾਲਾ ਇਨਸਾਨ ਵੀ ਚੜ੍ਹਦੀ ਕਲਾ ਵਿੱਚ ਜਾ ਸਕਦਾ ਹੈ। ਦੁਖੀ ਇਨਸਾਨ ਵੀ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਚਿੰਤਾਵਾਂ ਦੇ ਅੰਦਰ ਫਸਿਆ ਹੋਇਆ ਇਨਸਾਨ ਵੀ ਚੜ੍ਹਦੀ ਕਲਾ ਔਰ ਖੁਸ਼ੀਆਂ ਹਾਸਲ ਕਰ ਸਕਦਾ ਹੈ, ਕਿਉਂਕਿ ਰੱਬ ਹੈ ਹੀ ਐਸਾ। ਤਾਂ ਜ਼ਰੂਰਤ ਹੈ ਰੱਬੀ ਸ਼ਰਨ ਵਿੱਚ ਆਉਣ ਦੀ। ਰੱਬੀ ਗੁਨਾਹ ਕਹੰਦਾ, ਸੰਤ ਦਾ ਮਤਲਬ ਸਚਿਆਰ, ਵੇਦ ਦਾ ਮਤਲਬ ਧਰਮ ਪੁਸਤਕਾਂ। ਜਿੰਨੇ ਵੀ ਵੇਦ ਸ਼ਾਸਤਰ ਧਰਮ ਪੁਸਤਕਾਂ ਨੇ ਉਹ ਵੀ, ਔਰ ਜਿਹੜੇ ਸਚਿਆਰ ਪੁਰਸ਼ ਨੇ ਪ੍ਰਭੂ ਦੇ ਪਿਆਰੇ, ਉਹ ਵੀ ਸਾਰੇ ਇੱਕ ਜ਼ਬਾਨ ਦੇ ਨਾਲ ਇਹ ਗੱਲ ਕਹਿ ਰਹੇ ਨੇ ਕਿ ਪ੍ਰਭੂ ਜਿਹੜਾ ਹੈ ਪਤਿਤਾਂ ਦਾ ਉद्धार ਕਰਨ ਵਾਲਾ ਹੈ। ਜਿਵੇਂ ਆਪਾਂ 2-3 ਮਿਸਾਲਾਂ ਆਮ ਮੈਂ ਵਰਤਦਾ ਹੁੰਦਾ, ਸੱਜਣ ਸ਼ੇਖ ਹੈ ਤਾਂ ਕਿੰਨਾ ਵਿਕਾਰੀ ਬੰਦਾ ਸੀ ਨਾ, ਲੇਕਿਨ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਬਖਸ਼ਿਆ ਗਿਆ। ਉਹਦਾ ਜਿਹੜਾ ਕਤਲਗਾਹ ਸੀ ਉਹ ਗੁਰਦੁਆਰੇ ਵਿੱਚ ਬਦਲ ਗਿਆ। ਜਿਹੜਾ ਕਾਤਲ ਸੱਜਣ ਸੀ ਉਹ ਗੁਰੂ ਦਾ ਭਾਈ ਸੱਜਣ ਬਣ ਗਿਆ। ਜ਼ਿੰਦਗੀ ਬਦਲ ਗਈ ਨਾ, ਕੋਡੇ ਦੀ ਬਦਲ ਗਈ, ਭੂਮੀਏ ਦੀ ਬਦਲ ਗਈ। ਅੱਜ ਦੀ ਇਸ ਦੁਨੀਆ ਵਿੱਚ ਵੀ ਵੇਖਦੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਵਿਕਾਰੀ ਜ਼ਿੰਦਗੀ ਜੀ ਰਹੇ ਸਨ, ਲੇਕਿਨ ਅੱਜ ਉਹਨਾਂ ਨੇ ਛੱਡ ਦਿੱਤਾ ਹੈ ਸਾਰਾ ਕੁਝ, ਗੁਰਬਾਣੀ ਨਾਲ ਜੁੜ ਗਏ ਔਰ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ। ਉਹ ਨੇਕ ਬਣ ਗਏ। ਤੇ ਕਈ ਸਾਰੇ ਐਸੇ ਬੰਦੇ ਵੇਖਣ ਨੂੰ ਮਿਲਦੇ ਨੇ ਜਿਹੜੇ ਬੜੇ ਚੰਗੇ ਸੀ, ਚੰਗੇ ਪਰਿਵਾਰ ਵਿੱਚ ਸੀ, ਲੇਕਿਨ ਕੋਈ ਸੰਗਤ ਮਾੜੀ ਮਿਲ ਗਈ ਤੇ ਉਹ ਡਰੱਗੀ ਹੋ ਗਏ, ਨਸ਼ਈ ਹੋ ਗਏ, ਵਿਕਾਰੀ ਹੋ ਗਏ। ਇਹ ਤਾਂ ਸੋਚ ਹੈ ਨਾ ਕਿ ਕੋਈ ਕਿੱਧਰ ਜਾਂਦਾ ਹੈ। ਤਾਂ ਪ੍ਰਭੂ ਜਿਹੜਾ ਹੈ ਉਹ ਪਤਿਤਾਂ ਨੂੰ ਉਧਾਰਨ ਵਾਲਾ ਹੈ, ਬਚਾਉਣ ਵਾਲਾ ਹੈ। ਇਸ ਲਈ ਸਾਡੀ ਜ਼ਿੰਦਗੀ ਵਿੱਚ ਸੰਭਾਵਨਾ ਹੈ ਕਿ ਜੇ ਕਿਤੇ ਸਾਡੇ ਵਿੱਚ ਦੋਸ਼ ਨੇ, ਵਿਕਾਰ ਔਰ ਚਿੰਤਾਵਾਂ ਨੇ, ਜੇ ਅਸੀਂ ਰੱਬੀ ਗੁਨਾਹ ਦੇ ਨਾਲ ਜੁੜੀਏ ਤਾਂ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ। ਭਗਤ ਵਛਲ ਤੇਰਾ ਬਿਰਧ ਹੈ, ਜੁਗ ਜੁਗ ਵਰਤਨ ਦਾ। ਭਗਤ ਵਛਲ ਦਾ ਮਤਲਬ ਜਿਹਨੂੰ ਭਗਤੀ ਪਿਆਰੀ ਲੱਗਦੀ ਹੈ। ਵਛਲ ਦਾ ਮਤਲਬ ਹੁੰਦਾ ਹੈ ਪਿਆਰ ਕਰਨ ਵਾਲਾ। ਭਗਤ ਵਛਲ, ਭਗਤੀ ਨੂੰ ਪਿਆਰ ਕਰਨ ਵਾਲਾ, ਜਿਹਨੂੰ ਭਗਤੀ ਪਿਆਰੀ ਲੱਗਦੀ ਹੈ। ਬਿਰਧ ਦਾ ਮਤਲਬ ਸੁਭਾਅ, ਮੁੱਢ ਕਦੀਮਾਂ ਦਾ ਸੁਭਾਅ। ਜੁਗ ਜੁਗ ਵਰਤੰਦਾ ਦਾ ਮਤਲਬ ਹਰ ਯੁੱਗ ਦੇ ਅੰਦਰ ਕਾਇਮ ਹੈ। ਵਰਤੰਦਾ ਦਾ ਮਤਲਬ ਵਰਤ ਰਿਹਾ ਹੈ, ਕਾਇਮ ਹੈ, ਹਰ ਸਮੇਂ ਇਹ ਕਾਇਮ ਹੈ। ਕੀ ਕਾਇਮ ਹੈ? ਰੱਬ ਦਾ ਸੁਭਾਅ ਕੀ ਹੈ? ਭਗਤ ਵਛਲ, ਭਗਤੀ ਨੂੰ ਪਿਆਰ ਕਰਨ ਵਾਲਾ। ਭਗਤੀ ਨੂੰ ਪਿਆਰ ਕਰਨ ਵਾਲਾ ਇਹ ਮੁੱਢ ਕਦੀਮਾਂ ਦਾ ਤੇਰਾ ਸੁਭਾਅ ਹੈ। ਇਹ ਤੇਰਾ ਸੁਭਾਅ ਸਦਾ ਹੀ ਕਾਇਮ ਰਹਿੰਦਾ ਹੈ। ਹੁਣ ਇੱਥੇ ਜੇ ਹੁੰਦਾ ਨਾ ਭਗਤ ਦਾ ਤੱਤਾ ਮੁਕਤਾ, ਫਿਰ ਹੁਣ ਅਸੀਂ ਭਗਤਾਂ ਨੂੰ ਪਿਆਰ ਕਰਨ ਵਾਲਾ। ਇੱਥੇ ਤੱਤੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਭਗਤੀ ਨਾਲ ਪਿਆਰ ਕਰਨ ਵਾਲਾ। ਤੇ ਭਗਤੀ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ। ਭਗਤੀ ਦਾ ਮਤਲਬ ਦੁਨੀਆ ਨੂੰ ਛੱਡ ਜਾਣਾ ਨਹੀਂ ਹੈ। ਭਗਤੀ ਦਾ ਮਤਲਬ ਹੈ ਰੱਬੀ ਰਜ਼ਾ ਦੇ ਵਿੱਚ ਤੁਰਨਾ। ਭਗਤੀ ਦਾ ਮਤਲਬ ਹੈ ਰੱਬੀ ਗੁਣਾਂ ਦੇ ਧਾਰਨੀ ਹੋਣਾ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਇਹਦਾ ਮਤਲਬ ਕਿ ਤੇਰਾ ਜੁਗਾਂ ਜੁਗਾਂ ਤੋਂ ਹਰ ਸਮੇਂ ਇਹ ਸੁਭਾਅ ਕਾਇਮ ਹੈ ਕਿ ਤੂੰ ਗੁਣਾਂ ਦੇ ਨਾਲ ਪਿਆਰ ਕਰਨ ਵਾਲਾ ਹੈ। ਤਾਂ ਇਹਦਾ ਮਤਲਬ ਜੇ ਅਸੀਂ ਰੱਬ ਦਾ ਪਿਆਰ ਪਾਣਾ ਚਾਹੁੰਦੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਗੁਣਾਂ ਦਾ ਪਿਆਰ ਪਾ ਲੈਣਾ ਹੀ ਰੱਬ ਦਾ ਪਿਆਰ ਪਾ ਲੈਣਾ ਹੈ। ਜਿਹਦੀ ਗੁਣਾਂ ਦੇ ਨਾਲ ਪ੍ਰੀਤ ਬਣ ਗਈ ਉਹਦੀ ਰੱਬ ਨਾਲ ਪ੍ਰੀਤ ਬਣ ਗਈ, ਤੇ ਜਿਹਦੀ ਰੱਬ ਨਾਲ ਪ੍ਰੀਤ ਬਣ ਗਈ ਉਹਦੀ ਗੁਣਾਂ ਨਾਲ ਪ੍ਰੀਤ ਬਣ ਗਈ। ਦੋਵੇਂ ਚੀਜ਼ਾਂ ਇੰਟਰ ਰਿਲੇਟਿਡ ਨੇ। ਤਾਂ ਜੇ ਅਸੀਂ ਵੀ ਪ੍ਰਭੂ ਦਾ ਪਿਆਰ ਪਾਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਭਗਤੀ ਨੂੰ ਪਿਆਰ ਕਰਨਾ ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਅ ਹੈ ਤੇ ਤੇਰਾ ਇਹ ਸੁਭਾਅ ਸਦਾ ਕਾਇਮ ਰਹਿਣ ਵਾਲਾ ਹੈ। ਨਾਨਕ ਜਾਚੈ ਏਕ ਨਾਮ, ਮਨ ਤਨ ਪਾਵੰਦਾ। ਜਾਚੈ ਦਾ ਮਤਲਬ ਮੰਗਦਾ ਹੈ। ਮਨ ਦਾ ਮਤਲਬ ਮਨ ਵਿੱਚ, ਤਨ ਦਾ ਮਤਲਬ ਤਨ ਵਿੱਚ, ਪਾਵੰਦਾ ਦਾ ਮਤਲਬ ਭਾਉਂਦਾ ਹੈ, ਪਿਆਰਾ ਲੱਗਦਾ ਹੈ। ਨਾਨਕ ਜਾਚੈ ਏਕ ਨਾਮ। ਹੁਣ ਇੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਹੈ ਤਾਂ ਕਰਤਾ ਕਾਰਕ ਇੱਕ ਵਚਨ ਦੀ ਗੱਲ ਹੈ। ਇੱਥੇ ਗੁਰੂ ਸਾਹਿਬ ਜੀ ਆਪਣੇ ਵਾਸਤੇ ਕਹਿ ਰਹੇ ਨੇ ਕਿ ਨਾਨਕ ਤੇਰਾ ਨਾਮ ਹੀ ਮੰਗਦਾ ਹੈ। ਨਾਮ ਦਾ ਮਤਲਬ ਹੁਕਮ, ਕਿ ਨਾਨਕ ਦੀ ਇਹੀ ਚਾਹਤ ਹੈ ਕਿ ਮੈਂ ਤੇਰੇ ਹੁਕਮ ਅਨੁਸਾਰ ਜ਼ਿੰਦਗੀ ਜੀਵਾਂ। ਮਨ ਤਨ ਪਾਵੰਦਾ, ਤੇ ਮਨ ਵਿੱਚ ਵੀ ਔਰ ਤਨ ਵਿੱਚ ਵੀ ਤੇਰਾ ਹੁਕਮ ਹੀ ਪਿਆਰਾ ਲੱਗਦਾ ਹੈ ਔਰ ਤੇਰੇ ਹੁਕਮ ਦੀ ਹੀ ਨਾਨਕ ਦਾਤ ਮੰਗਦਾ ਹੈ।
ਤਾਂ ਗੁਰੂ ਸਾਹਿਬ ਜੀ ਕਹਿ ਰਹੇ ਨੇ, ਹੇ ਪ੍ਰਭੂ, ਮੇਰੇ ਮਨ ਵਿੱਚ ਵੀ ਤਨ ਵਿੱਚ ਵੀ, ਯਾਨੀ ਮਨ ਕਰਕੇ ਤਨ ਕਰਕੇ ਮੈਨੂੰ ਤੇਰਾ ਹੁਕਮ ਪਿਆਰਾ ਲੱਗਦਾ ਹੈ, ਔਰ ਤੇਰੇ ਹੁਕਮ ਦੀ ਹੀ ਮੈਂ ਦਾਤ ਮੰਗਦਾ ਕਿ ਮੈਂ ਤੇਰੇ ਹੁਕਮ ਔਰ ਰਜ਼ਾ ਦੇ ਅੰਦਰ ਤੁਰ ਸਕਾਂ। ਕਿਉਂਕਿ ਜੋ ਰਜ਼ਾ ਔਰ ਹੁਕਮ ਵਿੱਚ ਤੁਰਦਾ ਹੈ ਉਹ ਖਜ਼ਾਨੇ ਵਿੱਚ ਪੈ ਜਾਂਦਾ ਹੈ। ਹੁਕਮ ਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨਾ। ਤਾਂ ਰਜ਼ਾ ਭਾਣੇ ਦੇ ਅੰਦਰ ਤੁਰਨਾ ਜੀਵਨ ਨੂੰ ਸਫਲ ਕਰਨ ਦਾ ਇੱਕੋ ਇੱਕ ਸਾਧਨ ਹੈ, ਔਰ ਸਾਨੂੰ ਵੀ ਇਸ ਚੀਜ਼ ਦੇ ਨਾਲ ਪਿਆਰ ਬਣਾਉਣਾ ਚਾਹੀਦਾ ਹੈ ਕਿ ਅਸੀਂ ਵੀ ਗੁਰੂ ਦੀ ਰਜ਼ਾ ਔਰ ਭਾਣੇ ਦੇ ਅੰਦਰ ਚੱਲ ਸਕੀਏ। ਸ਼ਲੋਕ ਮਹਿਲਾ ਪੰਜਵਾਂ। ਚਿੜੀ ਚੁਹਕੀ ਪਹੁ ਫੁੱਟੀ ਵਗਨ ਬਹੁਤ ਤਰੰਗ। ਹੁਣ ਇੱਕ ਨਾ ਸੀਨ ਲਿਆਓ ਆਪਣੇ ਸਾਹਮਣੇ ਕਿ ਮਾਨੋ ਸਮੁੰਦਰ ਦਾ ਕਿਨਾਰਾ ਹੈ, ਔਰ ਸਮੁੰਦਰ ਦੇ ਕਿਨਾਰੇ ਬੜੀਆਂ ਲਹਿਰਾਂ ਸਮੁੰਦਰ ਦੀਆਂ ਉੱਠ ਰਹੀਆਂ ਨੇ। ਪਹੁ ਫੁਟਾਲੇ ਦਾ ਸਮਾਂ ਹੈ, ਔਰ ਉਥੇ ਕੋਈ ਚਿੜੀ ਚੂਕ ਰਹੀ ਹੈ, ਕੋਈ ਪੰਛੀ ਬੋਲ ਰਿਹਾ ਹੈ। ਕਿੰਨਾ ਸੁਹਾਵਣਾ ਐਸਾ ਮੌਸਮ ਹੋਏਗਾ ਕਿ ਜਦੋਂ ਪਹੁ ਫੁਟਾਲਾ ਹੋਣ ਵਾਲਾ ਹੋਵੇ, ਥੋੜੀ ਥੋੜੀ ਸੂਰਜ ਦੀ ਲਾਲੀ ਆਕਾਸ਼ ਦੇ ਅੰਦਰ ਪਹੁ ਫੁਟਾਲਾ ਹੋਣ ਵਾਲਾ ਹੋਵੇ, ਕਿੰਨਾ ਸੋਹਣਾ ਆਕਾਸ਼ ਹੁੰਦਾ ਹੈ, ਔਰ ਸਮੁੰਦਰ ਦੀਆਂ ਲਹਿਰਾਂ ਉੱਠ ਰਹੀਆਂ ਹੋਣ ਤੇ ਉੱਥੇ ਕੋਈ ਚਿੜੀ ਚੂਕਦੀ ਹੋਵੇ, ਕੋਈ ਕੋਇਲ ਵਗੈਰਾ ਬੋਲਦੀ ਹੋਵੇ, ਤਾਂ ਕਿੰਨਾ ਉਹ ਸੁਹਾਵਣਾ ਮੌਸਮ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਹੁਣ ਇਹ ਚੀਜ਼ ਨੂੰ ਸਾਹਮਣੇ ਰੱਖ ਕੇ ਸਾਨੂੰ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ ਕਿ ਜਦੋਂ ਪਹੁ ਫੁਟਾਲਾ ਹੁੰਦਾ ਹੈ, ਚਿੜੀ ਚੂਕਦੀ ਹੈ, ਸਮੁੰਦਰ ਦੇ ਕਿਨਾਰੇ ਬਹੁਤ ਸਾਰੀਆਂ ਲਹਿਰਾਂ ਉੱਠ ਰਹੀਆਂ ਨੇ, ਜਿਹੜਾ ਐਸਾ ਸੁਹਾਵਣਾ ਮੌਸਮ ਹੈ ਜਾਂ ਐਸਾ ਸੁਹਾਵਣਾ ਸੀਨ ਹੈ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ। ਜਿਵੇਂ ਉਹ ਸੀਨ ਬੜਾ ਸੁਹਾਵਣਾ ਲੱਗਦਾ ਹੈ ਨਾ, ਐਵੇਂ ਸੰਤਨ ਦਾ ਮਤਲਬ ਜੋ ਸਚਿਆਰ ਪੁਰਸ਼ ਨੇ, ਜਿਨ੍ਹਾਂ ਦਾ ਨਾਮਹਿ ਰੰਗ ਦਾ ਮਤਲਬ ਜਿਨ੍ਹਾਂ ਦਾ ਸੱਚ ਦੇ ਨਾਲ, ਰੱਬੀ ਹੁਕਮ ਦੇ ਨਾਲ ਪਿਆਰ ਹੈ, ਉਹਨਾਂ ਨੇ ਵੀ ਅਸ਼ਚਰਜ ਰੂਪ ਰਚੇ ਹੁੰਦੇ ਨੇ। ਭਾਵ ਉਹਨਾਂ ਦਾ ਵੀ ਰੂਪ ਅਸ਼ਚਰਜ ਹੁੰਦਾ ਹੈ, ਉਹਨਾਂ ਦਾ ਵੀ ਜੀਵਨ ਅਸ਼ਚਰਜ ਹੁੰਦਾ ਹੈ। ਉਹਨਾਂ ਦੇ ਜੀਵਨ ਦੇ ਅੰਦਰ ਵੀ ਪਹੁ ਫੁਟਾਲੇ ਵਰਗਾ ਚਾਨਣਾ ਹੈ, ਉਹਨਾਂ ਦੇ ਅੰਦਰ ਵੀ ਸ਼ੁਭ ਗੁਣਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ, ਔਰ ਉਹਨਾਂ ਦੇ ਅੰਦਰ ਵੀ ਮਿੱਠੀ ਮਿੱਠੀ ਜਿਹੜੀ ਧੁਨ ਹੈ ਰੱਬੀ ਗੁਣਾਂ ਦੀ, ਪਿਆਰ ਦੀ, ਉਹ ਗੂੰਜ ਰਹੀ ਹੈ। ਜਦੋਂ ਉਹ ਬੋਲਦੇ ਨੇ ਉਹ ਮਿੱਠਾ ਬੋਲ ਬੋਲਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਔਰ ਉਹਨਾਂ ਦੇ ਜੀਵਨ ਦੇ ਅੰਦਰ ਸੋਹਣੀਆਂ ਸੋਹਣੀਆਂ ਲਹਿਰਾਂ ਸ਼ੁਭ ਗੁਣਾਂ ਦੀਆਂ ਉੱਠ ਰਹੀਆਂ ਹੁੰਦੀਆਂ ਨੇ। ਉਹ ਸੀਨ ਦੇ ਨਾਲ ਹੀ ਇਸ ਨੂੰ ਹੀ ਮਿਲਾ ਰਹੇ ਨੇ। ਯਾਨੀ ਅਸੀਂ ਆਪਣੇ ਜੀਵਨ ਨੂੰ ਐਸਾ ਸੋਹਣਾ ਬਣਾਉਣਾ ਹੈ, ਸਮੁੰਦਰ ਵਰਗੇ ਅਸੀਂ ਗਹਿਰੇ ਗੁਣਾਂ ਦਾ ਸਾਗਰ ਅਸੀਂ ਹੋ ਸਕਦੇ ਹਾਂ। ਸਾਡੇ ਅੰਦਰ ਵੀ ਸ਼ੁਭ ਗੁਣਾਂ ਦੀਆਂ ਲਹਿਰਾਂ ਉੱਠਣ, ਸਾਡੇ ਅੰਦਰ ਵੀ ਪਹੁ ਪੁਠਾਲੇ ਵਰਗੀ ਲਾਲੀ ਹੋਵੇ, ਚਾਨਣਾ ਹੋਵੇ, ਗਿਆਨ ਹੋਵੇ, ਔਰ ਸਾਡੇ ਅੰਦਰ ਵੀ ਉਸ ਚਿੜੀ ਦੀ ਚੁਹਕ ਵਰਗੀ ਮਿਠਾਸ ਸਾਡੇ ਬੋਲਾਂ ਦੇ ਅੰਦਰ ਆਵੇ, ਤਾਂ ਕਿੰਨਾ ਸੋਹਣਾ ਇਹ ਰੂਪ ਹੋਏਗਾ। ਤਾਂ ਜੋ ਰੱਬ ਦੇ ਪਿਆਰੇ ਨੇ ਉਹ ਐਸਾ ਅਸ਼ਚਰਜ ਰੂਪ ਬਣਾ ਕੇ ਰੱਖਦੇ ਨੇ ਆਪਣਾ। ਹੁਣ ਸਾਡੇ ਕੋਲ ਇੱਕ ਏਮ, ਸਾਡੇ ਕੋਲ ਇੱਕ ਗੋਲ ਆ ਗਿਆ ਕਿ ਅਸੀਂ ਵੀ ਆਪਣੇ ਅੰਦਰ ਉਸ ਗੁਣਾਂ ਦੇ ਸਾਗਰ ਨੂੰ ਮਹਿਸੂਸ ਕਰੀਏ। ਗੁਣਾਂ ਦਾ ਸਾਗਰ ਹਰ ਇਨਸਾਨ ਦੇ ਅੰਦਰ ਹੈ, ਇਹ ਆਪਾਂ ਰੋਜ਼ ਵਿਚਾਰ ਕਰਦੇ ਹਾਂ। ਅਸੀਂ ਇਸ ਗੱਲ ਇਨਕਾਰੀ ਨਹੀਂ ਹੋ ਸਕਦੇ ਕਿ ਸਾਡੇ ਅੰਦਰ ਗੁਣ ਨਹੀਂ ਹਨ। ਗੁਣ ਹਰ ਇਨਸਾਨ ਦੇ ਅੰਦਰ ਨੇ। ਇਹ ਗੱਲ ਵੱਖਰੀ ਹੈ ਕਿ ਉਹਨਾਂ ਗੁਣਾਂ ਨੂੰ ਉਹ ਯੂਜ਼ ਨਹੀਂ ਕਰਦਾ। ਪਿਆਰ ਦੀਆਂ ਕਾਂਗਾਂ ਸਾਡੇ ਅੰਦਰ ਵੀ ਉੱਠ ਸਕਦੀਆਂ ਨੇ, ਪਰ ਅਸੀਂ ਪਿਆਰ ਨੂੰ ਯੂਜ਼ ਨਹੀਂ ਕਰਦੇ, ਅਸੀਂ ਈਰਖਾ ਯੂਜ਼ ਕਰਦੇ ਹਾਂ। ਸਾਡੇ ਅੰਦਰ ਨਿਮਰਤਾ ਤਾਂ ਹੈ, ਅਸੀਂ ਨਿਮਰਤਾ ਨਾਲ ਬੋਲ ਸਕਦੇ ਹਾਂ, ਪਰ ਸਾਡੇ ਅੰਦਰ ਤਾਂ ਹੰਕਾਰ ਨੂੰ ਅਸੀਂ ਯੂਜ਼ ਕਰਦੇ ਹਾਂ, ਅਸੀਂ ਨਿਮਰਤਾ ਨੂੰ ਯੂਜ਼ ਨਹੀਂ ਕਰਦੇ। ਸਾਡੇ ਅੰਦਰ ਮਿਠਾਸ ਤਾਂ ਹੈ, ਆਪਣੀ ਬੋਲੀ ਨੂੰ ਜਿੰਨਾ ਮਰਜ਼ੀ ਮਿੱਠਾ ਬਣਾ ਲਓ, ਪਰ ਅਸੀਂ ਤਾਂ ਕੁਹਾੜਾ ਮਾਰਦੇ ਹਾਂ ਸਿੱਧਾ। ਸਾਡੇ ਅੰਦਰ ਮਿਠਾਸ ਨਹੀਂ ਹੈ, ਮਿਠਾ ਯਾਨੀ ਹੈ, ਪਰ ਅਸੀਂ ਉਸ ਮਿਠਾਸ ਨੂੰ ਯੂਜ਼ ਨਹੀਂ ਕਰਦੇ। ਤਾਂ ਸਾਨੂੰ ਦੇਖੋ ਕਿੰਨਾ ਸੋਹਣਾ ਇੱਕ ਗੋਲ ਮਿਲ ਰਿਹਾ ਹੈ ਕਿ ਤੁਸੀਂ ਆਪਣੇ ਅੰਦਰ ਗੁਣਾਂ ਦੀਆਂ ਲਹਿਰਾਂ ਉਠਾਓ। ਤੁਹਾਡੇ ਅੰਦਰ ਗੁਣਾਂ ਦਾ ਸਾਗਰ ਭਰਿਆ ਗਿਆ। ਗੁਣ ਨਿਧਾਨ ਭਗਤਨ ਕੋ ਵਰਤਨ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਆਪਣੇ ਅੰਦਰ ਗੁਰੂ ਗਿਆਨ ਦਾ ਸੂਰਜ ਚੜਾਓ, ਗਿਆਨ ਦੇ ਚਾਨਣੇ ਵਿੱਚ ਜੀਵੋ, ਔਰ ਜੋ ਅੰਮ੍ਰਿਤ ਵੇਲੇ, ਸਵੇਰ ਵੇਲੇ ਚਿੜੀ ਦੀ ਚੂਕ ਹੈ ਮਿੱਠੀ,
ਆਪਣੇ ਬੋਲਾਂ ਦੇ ਅੰਦਰ ਮਿਠਾਸ ਪੈਦਾ ਕਰੋ, ਤੁਹਾਡਾ ਵੀ ਅਸਚਰਜ ਰੂਪ ਬਣ ਜਾਏਗਾ। ਪ੍ਰਭੂ ਦੇ ਪਿਆਰਿਆਂ ਦਾ ਐਸਾ ਅਸਚਰਜ ਰੂਪ ਹੁੰਦਾ ਹੈ, ਉਹ ਐਸਾ ਅਸਚਰਜ ਸਰੂਪ ਲੈ ਕੇ ਆਪਣੀ ਜ਼ਿੰਦਗੀ ਜੀਂਦੇ ਨੇ। ਹੁਣ ਦੇਖੋ, ਜੇ ਅਸੀਂ ਇਸ ਚੀਜ਼ ਨੂੰ ਯੂਜ਼ ਕਰੀਏ ਆਪਣੇ ਘਰ ਪਰਿਵਾਰ ਵਿੱਚ, ਤਾਂ ਸਾਡੇ ਘਰ ਪਰਿਵਾਰ ਕਿਵੇਂ ਸਵਰਗ ਹੋ ਸਕਦੇ ਨੇ? ਬੜੀ ਆਸਾਨੀ ਦੇ ਨਾਲ। ਲੇਕਿਨ ਬੰਦਾ ਇਸ ਪਾਸੇ ਸੋਚਦਾ ਹੀ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਸਾਨੂੰ ਚਾਰ ਚੁਫੇਰੋਂ ਨੈਗੇਟਿਵ ਵਿਚਾਰ ਸੁਣਨ ਵਾਸਤੇ ਮਿਲਦੇ ਨੇ, ਚਾਹੇ ਸਾਡੇ ਪਰਿਵਾਰ ਨੇ ਜਾਂ ਰੇਡੀਓ ਹੈ, ਅਖਬਾਰ ਨੇ, ਟੈਲੀਵਿਜ਼ਨ ਨੇ। ਬਹੁਤਾਤ ਗਿਣਤੀ ਨੈਗੇਟਿਵਿਟੀ ਦੀ ਸਾਡੇ ਕੰਨਾਂ ਵਿੱਚ ਪੈ ਰਹੀ ਹੈ ਤੇ ਅਸੀਂ ਉਸੇ ਤਰ੍ਹਾਂ ਦੇ ਬਣਦੇ ਚਲੇ ਜਾਂਦੇ ਹਾਂ। ਜੇ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸਮਝੀਏ ਔਰ ਇੱਕ ਗੋਲ ਬਣਾ ਲਈਏ ਕਿ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਤਾਂ ਸਾਡਾ ਜੀਵਨ ਹਰ ਇਨਸਾਨ ਦਾ ਸੁਖਾਲਾ ਹੋ ਸਕਦਾ ਹੈ। ਮਹਿਲਾ ਪੰਜਵਾਂ, ਘਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵਹਿ ਚਿਤ। ਇਹਨੂੰ ਖੁਸ਼ੀਆਂ ਨਹੀਂ ਪੜਨਾ ਜਿਵੇਂ ਖੁਸ਼ੀਆਂ ਲਿਖਿਆ ਹੈ, ਸੱਸੇ ਦੇ ਪੈਰ ਥੱਲੇ ਬਿੰਦੀ ਲਾਵਾਂਗੇ ਔਰ ਐੜੇ ਦੇ ਕੰਨੇ ਨਾਲ ਵੀ ਖੁਸ਼ੀਆਂ। ਤਹੀਂ ਨਹੀਂ, ਤਹੀਂ, ਤਹੀਂ ਦਾ ਮਤਲਬ ਉੱਥੇ। ਜਹ ਤੂੰ ਆਵਹਿ ਚਿਤ, ਚਿਤ ਦਾ ਮਤਲਬ ਚਿੱਤ ਵਿੱਚ। ਤਹੀਂ ਘਰ ਮੰਦਰ, ਉਹਨਾਂ ਘਰਾਂ ਮਕਾਨਾਂ ਵਿੱਚ, ਉਹਨਾਂ ਘਰਾਂ ਮਕਾਨਾਂ ਦੇ ਵਿੱਚ ਅਸਲੀ ਖੁਸ਼ੀਆਂ ਨੇ। ਜਹ ਤੂੰ ਆਵੇਂ ਚਿੱਤ, ਜਿੱਥੇ ਪ੍ਰਭੂ ਤੂੰ ਯਾਦ ਵਿੱਚ ਆਉਂਦਾ ਹੈ, ਯਾਨੀ ਜਿਨ੍ਹਾਂ ਲੋਕਾਂ ਦੀ ਯਾਦ ਵਿੱਚ ਤੂੰ ਹੈ, ਉਹਨਾਂ ਘਰਾਂ ਮੰਦਰਾਂ, ਮੰਦਰਾਂ ਦਾ ਮਤਲਬ ਮਕਾਨਾਂ, ਉਹਨਾਂ ਘਰਾਂ ਪਰਿਵਾਰਾਂ ਮਕਾਨਾਂ ਦੇ ਵਿੱਚ ਖੁਸ਼ੀਆਂ ਨੇ। ਜਿਨ੍ਹਾਂ ਘਰਾਂ ਮੰਦਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਮਨ ਦੇ ਅੰਦਰ ਤੂੰ ਚੇਤੇ ਦੇ ਵਿੱਚ ਵਸਦਾ ਹੈ। ਕਿੱਥੇ ਨੇ ਖੁਸ਼ੀਆਂ ਜੀ? ਉਹਨਾਂ ਘਰਾਂ ਮਕਾਨਾਂ ਵਿੱਚ, ਜਿਨ੍ਹਾਂ ਘਰਾਂ ਵਿੱਚ ਮਕਾਨਾਂ ਵਿੱਚ ਵਸਣ ਵਾਲੇ ਇਸਤਰੀ ਪੁਰਸ਼ ਬੱਚੀਆਂ ਬੱਚਿਆਂ ਦੇ ਮਨ ਦੇ ਅੰਦਰ ਰੱਬ ਚੇਤੇ ਹੈ, ਜਿਨ੍ਹਾਂ ਦੇ ਚੇਤੇ ਵਿੱਚ ਰੱਬੀ ਗੁਣ ਨੇ। ਚੇਤੇ ਦਾ ਮਤਲਬ ਸੋਚ, ਜਿਨ੍ਹਾਂ ਦੀ ਸੋਚ ਦੇ ਵਿੱਚ ਰੱਬੀ ਗੁਣ ਨੇ, ਉੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ। ਔਰ ਹਕੀਕਤ ਹੈ ਇਸ ਗੱਲ ਨੂੰ, ਹੁਣ ਜੇ ਅਸੀਂ ਨਿਰਪੱਖ ਹੋ ਕੇ ਸੋਚੀਏ, ਵਿਚਾਰੀਏ, ਤਾਂ ਗੱਲ ਤਾਂ ਬਿਲਕੁਲ ਸਪਸ਼ਟ ਹੈ। ਆਪਾਂ ਚੌਗਿਰਦੇ ਵੱਲ ਵੇਖੀਏ ਕਿ ਜਿਨ੍ਹਾਂ ਘਰਾਂ ਦੇ ਵਿੱਚ ਸ਼ੁਭ ਗੁਣ ਨੇ, ਚਾਹੇ ਉਹ ਬੱਚੀਆਂ ਬੱਚੇ ਨੇ, ਪਤੀ ਪਤਨੀ ਨੇ, ਮਾਂ-ਬਾਪ ਨੇ, ਜਿਹੜੇ ਗੁਣਾਂ ਵਾਲੀ ਬੋਲੀ ਬੋਲਦੇ ਨੇ, ਗੁਣਾਂ ਵਾਲੀ ਸੋਚ ਹੈ, ਗੁਣਾਂ ਵਾਲਾ ਵਿਹਾਰ ਹੈ, ਉੱਥੇ ਉਹ ਲੋਕ ਖੁਸ਼ ਨੇ। ਚਾਹੇ ਉਹ ਝੌਂਪੜੀਆਂ ਵਿੱਚ ਨੇ ਜਾਂ ਉਹ ਮਹਿਲਾਂ ਵਿੱਚ ਨੇ, ਉਹ ਖੁਸ਼ ਨੇ। ਪਰ ਜਿਨ੍ਹਾਂ ਘਰਾਂ ਪਰਿਵਾਰਾਂ ਵਿੱਚ ਬੋਲ ਬਾਣੀ ਠੀਕ ਨਹੀਂ, ਸਾਰੇ ਜੀ ਇੱਕ ਦੂਜੇ ਦੇ ਵਿਸ਼ਵਾਸ ਦੇ ਪਾਤਰ ਨਹੀਂ, ਜਿੱਥੇ ਕ੍ਰੋਧ ਔਰ ਝੂਠ ਆਦਿਕ ਹੈ, ਉੱਥੇ ਖੁਸ਼ੀਆਂ ਨਹੀਂ, ਉੱਥੇ ਕਲਕਲ ਹੈ, ਉੱਥੇ ਕਲੇਸ਼ ਹੈ। ਤਾਂ ਇੱਥੋਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਚੀਜ਼ ਮਿਲ ਰਹੀ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਪਰਿਵਾਰ ਵਿੱਚ ਵੀ ਖੁਸ਼ੀਆਂ ਆਉਣ, ਤਾਂ ਫਿਰ ਸਾਨੂੰ ਆਪਣੇ ਚੇਤੇ ਵਿੱਚ ਰੱਬ ਨੂੰ ਵਸਾਉਣਾ ਪਏਗਾ। ਰੱਬ ਦਾ ਮਤਲਬ ਰੱਬ ਦੇ ਗੁਣ, ਰੱਬ ਦੀ ਰਜ਼ਾ, ਜੋ ਇੱਕ ਓੰਕਾਰ ਤੋਂ ਲੈ ਕੇ ਮੂਲ ਮੰਤਰ ਦੇ ਅੰਦਰ ਗੁਰਪ੍ਰਸਾਦ ਤੱਕ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਗੁਣ ਨੇ ਨਾ, ਉਹ ਗੁਣ ਸਾਡੇ ਚੇਤੇ ਵਿੱਚ ਵਸ ਜਾਣ। ਜਾਂ ਜਿਹੜੀਆਂ 6 ਗੱਲਾਂ ਅਸੀਂ ਰੋਜ਼ ਸਾਂਝੀਆਂ ਕਰਦੇ ਹਾਂ, ਉਹ 6 ਕਰਮ ਸਾਡੇ ਮਨ ਵਿੱਚ ਵਸ ਜਾਣ, ਬਿਹੇਵੀਅਰ ਵਿੱਚ ਆ ਜਾਣ, ਤਾਂ ਸਾਡੇ ਘਰ ਪਰਿਵਾਰਾਂ ਵਿੱਚ ਵੀ ਖੁਸ਼ੀਆਂ ਹੋ ਸਕਦੀਆਂ ਨੇ। ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ। ਕੁਮਿਤ ਦਾ ਮਤਲਬ ਹੈ ਖੋਟੇ ਮਿੱਤਰ। ਦੋ ਤਰ੍ਹਾਂ ਦੇ ਮਿੱਤਰ ਹੁੰਦੇ ਨੇ, ਇੱਕ ਚੰਗੇ ਮਿੱਤਰ ਔਰ ਇੱਕ ਖੋਟੇ ਮਿੱਤਰ। ਜੋ ਚੰਗੇ ਮਿੱਤਰ ਨੇ, ਅਸਲੀ ਮਿੱਤਰ ਨੇ, ਉਹ ਸਾਡੀ ਇੱਜ਼ਤ ਦੇ, ਆਬਰੂ ਦੇ ਭਾਈਵਾਲ ਹੁੰਦੇ ਨੇ। ਉਹ ਸਾਡੇ ਨਫੇ ਨੁਕਸਾਨ ਵੱਲ ਧਿਆਨ ਰੱਖਦੇ ਨੇ, ਉਹ ਸਾਡੀ ਬੁਰਾਈ ਨਹੀਂ ਕਰਦੇ, ਸਾਡੇ ਨੁਕਸਾਨ ਵਿੱਚ ਨਹੀਂ ਹੁੰਦੇ, ਸਾਨੂੰ ਚੰਗੀ ਸਿੱਖਿਆ ਦਿੰਦੇ ਨੇ, ਸਾਡਾ ਉਹ ਸਹਿਯੋਗ ਕਰਦੇ ਨੇ, ਸਾਨੂੰ ਵਿਕਾਰਾਂ ਤੋਂ ਬਚਾਉਂਦੇ ਨੇ। ਉਹ ਜਿਹੜੇ ਚੰਗੇ ਮਿੱਤਰ ਹੁੰਦੇ ਨੇ। ਤੇ ਜਿਹੜੇ ਭੈੜੇ ਮਿੱਤਰ ਨੇ, ਉਹ ਸਾਨੂੰ ਨਸ਼ਿਆਂ ਵਿੱਚ ਖਚਿਤ ਕਰ ਦਿੰਦੇ ਨੇ, ਜੂਏ ਦੀ ਆਦਤ ਪਾ ਦੇਣਗੇ, ਜਾਂ ਡਰੱਗੀ ਬਣਾ ਦੇਣਗੇ, ਜਾਂ ਹੋਰ ਬੁਰਾਈਆਂ ਦੇ ਵਿੱਚ ਲੈ ਜਾਣਗੇ। ਉਹ ਭੈੜੇ ਮਿੱਤਰ ਨੇ। ਤਾਂ ਹੁਣ ਗੁਰੂ ਸਾਹਿਬ ਜੀ ਸਾਨੂੰ ਦੱਸ ਕੇ ਨਾ ਕਿ ਸ਼ੁਭ ਗੁਣ ਜਿੱਥੇ ਨੇ, ਉੱਥੇ ਖੁਸ਼ੀਆਂ ਖੇੜੇ ਨੇ, ਉੱਥੇ ਆਨੰਦ ਮੰਗਲ ਹੈ। ਤੇ ਅਗਲੀ ਲਾਈਨ ਵਿੱਚ ਕਹਿ ਰਹੇ ਨੇ, ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ। ਕੀ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨੇ ਨਾ, ਦੁਨੀਆਦਾਰੀ ਦੀਆਂ, ਵਿਖਾਵੇ ਦੀਆਂ, ਉਹ ਸਾਰੇ ਭੈੜੇ ਮਿੱਤਰ ਨੇ।
ਜਿਹੜੀਆਂ ਵਿਖਾਵੇ ਦੇ ਕਰਮ ਜੋ ਨੇ, ਵਿਖਾਵੇ ਦੇ ਕਰਮ ਉਹ ਚੰਗੇ ਮਿੱਤਰ ਨਹੀਂ, ਉਹ ਭੈੜੇ ਮਿੱਤਰ ਨੇ, ਕਿਉਂਕਿ ਅਸੀਂ ਵਿਖਾਵਾ ਕਰਦੇ ਹਾਂ। ਅੰਦਰ ਮੇਰੇ ਹੈ ਝੂਠ, ਅੰਦਰ ਮੇਰੇ ਹੈ ਜੈਲਸੀ, ਅੰਦਰ ਮੇਰੇ ਚੋਰੀ ਦੀ ਭਾਵਨਾ ਹੈ। ਲੇਕਿਨ ਬਾਹਰੀ ਤੌਰ ਤੇ ਮੈਂ ਤੀਰਥਾਂ ਤੇ ਇਸ਼ਨਾਨ ਕਰਨ ਲਈ ਜਾ ਰਿਹਾ, ਤੀਰਥ ਯਾਤਰਾ ਬੱਸ ਲੈ ਕੇ ਜਾ ਰਿਹਾ, ਤੇ ਨਾਲ ਸਾਹਮਣੇ ਲਿਖਵਾਇਆ ਹੋਇਆ ਹੈ 11ਵੀਂ ਫ੍ਰੀ ਤੀਰਥ ਯਾਤਰਾ, ਤੇ ਖਰਚ ਵੀ ਸਾਰਾ ਮੈਂ ਕਰ ਰਿਹਾ। ਬਾਹਰੀ ਤੌਰ ਤੇ ਮੈਂ 11ਵੀਂ ਫ੍ਰੀ ਯਾਤਰਾ ਲੈ ਕੇ ਜਾ ਰਿਹਾ, ਕੱਪੜੇ ਮੈਂ ਧਾਰਮਿਕ ਪਾਏ ਹੋਏ ਨੇ, ਔਰ ਧਾਰਮਿਕ ਕੱਪੜੇ ਪਾਉਣ ਦੇ ਬਾਵਜੂਦ ਧਾਰਮਿਕ ਕੱਪੜੇ ਪਾਉਣ ਦੇ ਬਾਵਜੂਦ ਅੰਦਰ ਮੇਰੇ ਖੋਟ ਹੈ। ਤਾਂ ਇਹ ਜਿਹੜਾ ਬਾਹਰ ਦਾ ਹੈ ਨਾ ਵਡਿਆਈ, ਉਹ ਕੁਮਿੱਤਰ ਹੈ, ਉਹ ਭੈੜਾ ਮਿੱਤਰ ਹੈ, ਉਹ ਮੈਨੂੰ ਸ਼ਾਂਤੀ ਨਹੀਂ ਦੇਵੇਗਾ। ਬਾਹਰੋਂ ਮੈਂ ਵਰਤ ਰੱਖ ਰਿਹਾ, ਤੀਰਥਾਂ ਤੇ ਜਾ ਰਿਹਾ, ਸਰਾਧ ਕਰ ਰਿਹਾ, ਜਾਂ ਹੋਰ ਐਸੇ ਜਪ ਤਪ ਸੰਜਮ ਸਾਧ ਰਿਹਾ, ਤਾਂ ਸਾਰੇ ਕੁਮਿੱਤਰ ਹੋਣਗੇ ਜੋ ਸਿਰਫ ਲੋਕਾਚਾਰੀ ਵਾਸਤੇ ਕੀਤੇ ਜਾਂਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਲੋਕਾਚਾਰੀ ਵਾਸਤੇ ਕੀਤੇ ਗਏ ਸਾਰੇ ਕਰਮ ਉਹ ਸਾਰੇ ਹੀ ਭੈੜੇ ਮਿੱਤਰ ਨੇ, ਉਹ ਚੰਗੇ ਮਿੱਤਰ ਨਹੀਂ। ਜੇ ਚੰਗੇ ਮਿੱਤਰ ਬਣਾਣੇ ਨੇ ਤੇ ਫਿਰ ਸ਼ੁਭ ਗੁਣਾਂ ਨੂੰ ਆਪਣੇ ਮਿੱਤਰ ਬਣਾਉਣ ਦਾ ਯਤਨ ਕਰੋ। ਪੌੜੀ ਹਰ ਤਨ ਸੱਚੀ ਰਾਸ ਹੈ, ਕਿਨੇ ਵਿਰਲੇ ਜਾਤਾ। ਸੱਚੀ ਦਾ ਮਤਲਬ ਸਦਾ ਕਾਇਮ ਰਹਿਣ ਵਾਲੀ, ਰਾਸ ਦਾ ਮਤਲਬ ਪੂੰਜੀ, ਪ੍ਰੋਪਰਟੀ, ਜਿਹੜੀ ਪ੍ਰੋਪਰਟੀ ਸਦਾ ਰਹੇ। ਹੁਣ ਅਸੀਂ ਕੋਈ ਚੀਜ਼ ਖਰੀਦਦੇ ਹਾਂ ਤੇ ਉਹ ਚੀਜ਼ ਸਦਾ ਰਹਿਣ ਵਾਲੀ ਨਹੀਂ ਹੁੰਦੀ। ਅਸੀਂ ਕੋਈ ਪੈਨ ਖਰੀਦਿਆ ਤਾਂ ਥੋੜੇ ਦਿਨ ਬਾਅਦ ਪੈਨ ਦਾ ਸਿੱਕਾ ਮੁੱਕ ਗਿਆ, ਜਾਂ ਪੈਨ ਟੁੱਟ ਗਿਆ, ਜਾਂ ਖਰਾਬ ਹੋ ਗਿਆ। ਅਸੀਂ ਕਾਰ ਲਈ ਤਾਂ ਕਾਰ 5-10 ਸਾਲ ਬਾਅਦ ਉਹ ਖਰਾਬ ਹੋ ਗਈ, ਜਾਂ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ। ਤਾਂ ਸੱਚੀ ਜਿਹੜੀ ਰਾਸ ਹੈ, ਇਹ ਤਾਂ ਦੁਨਿਆਵੀ ਮਿਸਾਲ ਦਿੱਤੀ ਨਾ, ਸੱਚੀ ਰਾਸ ਕਿਹੜੀ ਹੈ? ਉਹ ਹੈ ਪ੍ਰਭੂ ਦੇ ਗੁਣ, ਜੋ ਸਾਡੇ ਨਾਲ ਸਦਾ ਨਿਭਦੇ ਨੇ, ਜੋ ਸਾਨੂੰ ਸदैਵੀ ਸੁਖ ਦਿੰਦੇ ਨੇ। ਹੁਣ ਵਿਕਾਰ ਨੇ, ਪਾਪ ਨੇ, ਲੋਕਾਂ ਨੂੰ ਸੁਖ ਤੇ ਇਹ ਵੀ ਦਿੰਦੇ ਨੇ, ਖੁਸ਼ੀ ਤੇ ਦਿੰਦੇ ਨੇ, ਤਾਂ ਹੀ ਲੋਕ ਕਮਾਉਂਦੇ ਨੇ। ਲੇਕਿਨ ਇੱਕ ਪਲ ਭਰ ਦੀ ਖੁਸ਼ੀ ਹੈ, ਝੂਠੀ ਖੁਸ਼ੀ, ਪਲ ਭਰ ਦੀ। ਇੱਕ ਪਲ ਦੀ ਖੁਸ਼ੀ ਵਾਸਤੇ ਸਾਰੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਸਪੋਜ਼ ਕਿ ਮੈਂ ਕਿਸੇ ਦੇ 50 ਪਾਉਂਡ ਚੋਰੀ ਚੁੱਕ ਲਏ ਤੇ ਮੈਨੂੰ ਇੱਕ ਪਲ ਦੀ ਖੁਸ਼ੀ ਮਿਲੀ ਕਿ ਮੇਰੇ ਕੋਲ 50 ਪਾਉਂਡ ਆ ਗਏ ਨੇ, ਇੱਕ ਪਲ ਦੀ ਖੁਸ਼ੀ ਹੈ। ਲੇਕਿਨ ਅਗਲੇ ਦਿਨ ਪਤਾ ਲੱਗ ਗਿਆ ਕਿ ਇਸ ਭਾਈ ਨੇ ਚੋਰੀ ਕੀਤੀ ਹੈ, ਗਈ ਨਾ ਖੁਸ਼ੀ, ਸਾਰੀ ਜ਼ਿੰਦਗੀ ਦਾ ਕੀਤਾ ਕਰਾਇਆ ਸਾਰਾ ਕੁਝ ਬਰਬਾਦ ਹੋ ਗਿਆ। ਮੇਰੀ ਬਦਨਾਮੀ ਹੋਈ, ਮੇਰੇ ਅੰਦਰ ਨਮੋਸ਼ੀ ਆਪਣੇ ਅੰਦਰ ਪੈਦਾ ਹੋਈ, ਹੀਨ ਭਾਵਨਾ ਪੈਦਾ ਹੋਈ। ਇੱਕ ਪਲ ਦੀ ਖੁਸ਼ੀ ਵਾਸਤੇ ਸਾਰੀ ਜ਼ਿੰਦਗੀ ਤਬਾਹ ਹੋ ਗਈ। ਤੇ ਜੇ ਮੈਂ ਸੱਚ ਦੇ ਨਾਲ ਜੁੜਿਆ ਰਹਾਂ ਤਾਂ ਸੱਚੀ ਜਿਹੜੀ ਜ਼ਿੰਦਗੀ ਹੈ ਉਹਦੀ ਖੁਸ਼ੀ ਹਮੇਸ਼ਾ ਹੈ। ਜੇ ਮੈਂ ਕਿਸੇ ਦੀ ਹੈਲਪ ਕਰਾਂ, ਜੇ ਮੈਂ ਕਿਸੇ ਦੇ ਡਿੱਗੇ ਹੋਏ ਪੈਸੇ ਉਹਨੂੰ ਫੜਾ ਦਿਆਂ, ਤਾਂ ਸਾਰੀ ਜ਼ਿੰਦਗੀ ਦੀ ਖੁਸ਼ੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਹਰ ਤਨ ਸੱਚੀ ਰਾਸ ਹੈ, ਜੋ ਸੱਚੀ ਰਾਸ ਪੂੰਜੀ, ਸੱਚੀ ਪ੍ਰੋਪਰਟੀ ਹੈ, ਉਹ ਹੈ ਪ੍ਰਭੂ ਦੇ ਗੁਣ, ਹਰੀ ਦੇ ਗੁਣਾਂ ਨੂੰ ਇਕੱਤਰ ਕਰਨਾ। ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਦੇ ਸ਼ੁਭ ਜਜ਼ਬੇ, ਇਹ ਸੱਚੀ ਪੂੰਜੀ ਹੈ, ਸੱਚੀ ਪ੍ਰੋਪਰਟੀ ਹੈ। ਇਹ ਸदैਵੀ ਸੁਖ ਦੇਣ ਵਾਲੀ ਹੈ। ਕਿੰਨੇ ਵਿਰਲੇ ਜਾਤਾ, ਪਰ ਇਸ ਗੱਲ ਨੂੰ ਕਿਸੇ ਵਿਰਲੇ ਨੇ ਸਮਝਿਆ ਹੈ, ਸਾਰਿਆਂ ਨੇ ਸਮਝਿਆ, ਸਾਰਿਆਂ ਨੇ ਇਸ ਗੱਲ ਨੂੰ ਸਮਝਿਆ ਨਹੀਂ, ਔਰ ਸਭ ਨੇ ਇਸ ਗੱਲ ਨੂੰ ਇੰਪਲੀਮੈਂਟ ਨਹੀਂ ਕੀਤਾ ਜ਼ਿੰਦਗੀ ਵਿੱਚ। ਕਿਸੇ ਵਿਰਲੇ ਨੇ ਜਾਣਿਆ ਹੈ, ਕਿਸੇ ਵਿਰਲੇ ਨੇ ਇਹਨਾਂ ਗੁਣਾਂ ਦੇ ਨਾਲ ਸਾਂਝ ਬਣਾਈ ਹੈ। ਕੁਝ ਵਿਰਲੇ ਲੋਕ ਨੇ ਜੋ ਰੱਬੀ ਰਜ਼ਾ ਮੁਤਾਬਕ ਚੱਲ ਕੇ ਸੱਚੀ ਆਤਮਿਕ ਪੂੰਜੀ ਨੂੰ ਵਿਹਾਜ ਰਹੇ ਨੇ ਔਰ ਸੱਚਾ ਆਤਮਿਕ ਜੀਵਨ ਜੀ ਰਹੇ ਨੇ। ਕਿਸੇ ਵਿਰਲੇ ਨੇ ਜਾਣਿਆ, ਜਾਣਿਆ ਦਾ ਮਤਲਬ ਜਾਣ ਪਛਾਣ ਬਣਾਈ ਹੈ, ਐਸੀ ਜ਼ਿੰਦਗੀ ਜੀਵੀ ਹੈ। ਤਿਸੈ ਪ੍ਰਾਪਤ ਭਾਏ ਰਹੋ ਜਿਸ ਦੇ ਵਿਧਾਤਾ। ਇੱਥੇ ਭਾਇਰੋ ਦਾ ਮਤਲਬ ਹੈ ਭਰਾਵੋ, ਕਿਸੇ ਦਾ ਮਤਲਬ ਉਸ ਨੂੰ, ਵਿਧਾਤਾ ਦਾ ਮਤਲਬ ਸਿਰਜਣਹਾਰ ਪ੍ਰਭੂ। ਹੁਣ ਇਹ ਜਿਹੜੇ ਸ਼ੁਭ ਗੁਣ ਨੇ, ਆਤਮਿਕ ਜੀਵਨ ਵਾਲੀ ਪੂੰਜੀ ਹੈ, ਜਿਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿੱਚ ਇਨਸਾਨੀਅਤ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਹੀ ਸਾਡੇ ਜੀਵਨ ਦੇ ਅੰਦਰ ਆਤਮਿਕ ਖੁਸ਼ੀਆਂ ਪੈਦਾ ਹੁੰਦੀਆਂ ਨੇ, ਚੜ੍ਹਦੀ ਕਲਾ ਪੈਦਾ ਹੁੰਦੀ ਹੈ, ਅਸੀਂ ਆਨੰਦਮਈ ਜ਼ਿੰਦਗੀ ਜੀ ਸਕਦੇ ਹਾਂ। ਉਹ ਗੁਣ, ਉਹ ਰਾਸ ਪੂੰਜੀ, ਉਹ ਪ੍ਰੋਪਰਟੀ ਕਿਹਨੂੰ ਮਿਲਦੀ ਹੈ, ਕਿਹਨੂੰ ਪ੍ਰਾਪਤ ਹੁੰਦੀ ਹੈ? ਜਿਸ ਦੇ ਵਿਧਾਤਾ, ਜਿਹਨੂੰ ਪ੍ਰਭੂ ਦਿੰਦਾ ਹੈ, ਜਿਹਨੂੰ ਰੱਬ ਦਿੰਦਾ ਹੈ।
ਉਹਨੂੰ ਮਿਲਦੀ ਹੈ, ਦੂਜੇ ਨੂੰ ਨਹੀਂ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਸਾਨੂੰ ਕਨਫਿਊਜ਼ ਕਰ ਦਿੱਤਾ ਜਾਂਦਾ ਹੈ ਜਾਂ ਅਸੀਂ ਖੁਦ ਹੋ ਜਾਂਦੇ ਹਾਂ। ਜਦੋਂ ਬੰਦਾ ਆਪ ਜ਼ਿੰਦਗੀ ਨਹੀਂ ਨਾ ਜੀਣੀ ਚਾਹੁੰਦਾ ਚੰਗੀ, ਉਦੋਂ ਫਿਰ ਉਹ ਰੱਬ ਤੇ ਦੋਸ਼ ਦੇ ਦਿੰਦਾ ਹੈ, ਜੀ ਸਾਡੇ ਕੀ ਵੱਸ ਹੈ ਤੇ ਰੱਬ ਦੇ ਵੱਸ ਹੈ, ਰੱਬ ਕਿਰਪਾ ਕਰੇਗਾ ਤੇ ਤਾਂ ਹੀ। ਦੇਖੋ, ਰੱਬ ਨੇ ਕਿਰਪਾ ਕੀਤੀ ਹੋਈ ਹੈ ਚਾਰ ਚੁਫੇਰੇ। ਬਾਣੀ ਵਿੱਚ ਇੱਕ ਬੜੀ ਪਿਆਰੀ ਪੰਕਤੀ ਹੈ ਕਿ ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਦਾਤੇ ਨੇ ਆਪਣੇ ਹੱਥ ਦੇ ਉੱਤੇ ਦਾਤ ਰੱਖੀ ਹੋਈ ਹੈ, ਤਲੀ ਤੇ, ਜਿਸ ਭਾਵੈ। ਹੁਣ ਇਹ ਨਹੀਂ ਕਿ ਜਿਹੜਾ ਰੱਬ ਨੂੰ ਭਾਉਂਦਾ ਉਹਨੂੰ ਦੇ ਦੇਵੇ ਤੇ ਦੂਜੇ ਨੂੰ ਨਾ ਦੇਵੇ। ਜਿਸ ਭਾਵੈ, ਜਿਸ ਨੂੰ ਉਹ ਦਾਤ ਪਾਉਂਦੀ ਹੈ, ਦਾਤ ਚੰਗੀ ਲੱਗਦੀ ਹੈ, ਤਿਸ ਦੇਈ, ਉਹਨੂੰ ਦੇ ਦਿੰਦਾ। ਹੁਣ ਰੱਬ ਨੇ ਤਲੀ ਤੇ ਸਭ ਨਿਧਾਨ, 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਸਾਰੀਆਂ ਨਿਰਦੀਆਂ, ਸਾਰੀਆਂ ਸਿੱਧੀਆਂ ਰੱਬ ਨੇ ਤਲੀ ਤੇ ਧਰੀਆਂ ਨੇ। ਉਹ ਤਲੀ ਤੇ ਧਰ ਕੇ ਬੈਠਾ ਹੈ ਹਰ ਟਾਈਮ। ਤੇ ਕਿੱਥੇ ਬੈਠਾ ਹੈ? ਸਵਰਗ ਵਿੱਚ ਨਹੀਂ, ਜੰਨਤ ਵਿੱਚ ਨਹੀਂ, ਕਿਤੇ ਵੱਖਰੇ ਸੱਚਖੰਡ ਵਿੱਚ ਨਹੀਂ, ਤੁਹਾਡੇ ਅੰਦਰ ਬੈਠਾ ਹੈ, ਮੇਰੇ ਅੰਦਰ ਬੈਠਾ ਹੈ। ਘਟ ਘਟ ਮੈਂ ਹਰ ਜੂ ਵਸੈ। ਤੇ ਤਲੀ ਤੇ ਕਿਵੇਂ ਧਰੀਆਂ ਨੇ? ਤੁਹਾਡੇ ਅੰਦਰ ਸ਼ੁਭ ਗੁਣ ਮੌਜੂਦ ਨੇ। ਜਿਹੜਾ ਗੁਣ ਪਾਉਂਦਾ ਚੁੱਕ ਲਓ। ਸੱਚ ਜੇ ਚੰਗਾ ਲੱਗਦਾ, ਸੱਚ ਬੋਲਣਾ ਸ਼ੁਰੂ ਕਰ ਦਿਓ, ਦਇਆ ਕਰਨੀ ਸ਼ੁਰੂ ਕਰ ਦਿਓ। ਤੁਹਾਡੇ ਅੰਦਰ ਭੰਡਾਰ ਭਰੇ ਪਏ ਨੇ। ਜਿਹੜੀ ਚੀਜ਼ ਪਾਏਗੀ ਉਹ ਹੀ ਦੇਗਾ ਨਾ ਰੱਬ। ਮੈਨੂੰ ਇਹ ਚੀਜ਼ ਚਾਹੁੰਦੀ, ਉਹ ਦੇ ਦਿੰਦਾ, ਲੈ ਲਓ। ਤੁਹਾਡੇ ਅੰਦਰ ਭੰਡਾਰ ਭਰੇ ਪਏ। ਤੁਹਾਡਾ ਜੀ ਕਰਦਾ ਸੱਚ ਬੋਲੋ, ਤੁਹਾਡਾ ਜੀ ਕਰਦਾ ਦਇਆ ਕਰੋ, ਨਿਰਭੈਤਾ ਦਾ ਗੁਣ ਵਰਤੋ, ਇਹ ਸਾਰੇ ਅੰਦਰ ਨੇ। ਤੇ ਜੇ ਤੁਸੀਂ ਭਾਈ ਝੂਠ ਮੰਗੋਗੇ, ਮੈਂ ਝੂਠ ਬੋਲਣਾ, ਤੇ ਉਹ ਕਹਿੰਦਾ ਝੂਠ ਬੋਲੀ ਜਾ, ਤੇਰੀ ਮਰਜ਼ੀ। ਤੁਸੀਂ ਕਹਿੰਦੇ ਹੋ ਮੈਂ ਜੈਲਸੀ ਕਰਨੀ ਹੈ, ਅਸੀਂ ਚੁੱਕਦੇ ਹੀ ਜੈਲਸੀਆਂ ਚੁੱਕ ਲੈਂਦੇ ਆ, ਅਸੀਂ ਝੂਠ ਚੁੱਕ ਲੈਂਦੇ ਆ, ਈਗੋ ਚੁੱਕ ਲੈਂਦੇ ਆ, ਫਰੇਬ ਚੁੱਕ ਲੈਂਦੇ ਆ, ਵਿਖਾਵੇ ਦੀ ਜ਼ਿੰਦਗੀ ਚੁੱਕ ਲੈਂਦੇ ਆ, ਤੇ ਉਹੀ ਕੁਝ ਸਾਨੂੰ ਮਿਲ ਜਾਂਦਾ। ਇਸੇ ਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਅੰਦਰ ਬੈਠਾ ਜੋ ਮੰਗਦੇ ਉਹ ਦੇ ਹੀ ਜਾ ਰਿਹਾ। ਤੁਹਾਡਾ ਜੀ ਕਰਦਾ ਸ਼ਰਾਬ ਪੀਣ ਤੋਂ, ਕਹਿੰਦਾ ਚਲਾ ਜਾਓ, ਨੇੜੇ ਠੇਕਾ ਲੱਭ ਲੈਂਦਾ ਬੰਦਾ ਠੇਕਾ। ਤੁਹਾਡਾ ਜੀ ਕਰਦਾ ਅੰਮ੍ਰਿਤ ਛਕਣ ਤੋਂ, ਕਹਿੰਦਾ ਅੰਮ੍ਰਿਤ ਛਕ ਲੈ। ਗੱਲ ਤੇ ਨਾ ਤੁਹਾਨੂੰ ਕੀ ਚਾਹੀਦਾ, ਤੁਸੀਂ ਕੀ ਚਾਹੁੰਦੇ ਹੋ, ਸਾਡੇ ਤੇ ਡਿਪੈਂਡ ਕਰੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਹਨੂੰ ਪ੍ਰਭੂ ਦੇਵੇਗਾ ਉਹਨੂੰ ਇਹ ਚੀਜ਼ਾਂ ਮਿਲਣਗੀਆਂ। ਤੇ ਪ੍ਰਭੂ ਕਿਸ ਨੂੰ ਦੇਗਾ? ਜੋ ਪ੍ਰਭੂ ਦੀ ਸ਼ਰਨ ਵਿੱਚ ਜਾਏਗਾ, ਰੱਬ ਦੀ ਰਜ਼ਾ ਵਿੱਚ ਤੁਰੇਗਾ। ਤੇ ਜੇ ਹੁਣ ਕੋਈ ਮੰਗਦਾ ਹੀ ਜੋਤਸ਼ੀਆਂ ਤੋਂ ਫਿਰੇ, ਕਬਰਾਂ ਤੋਂ, ਮੜੀਆਂ ਤੋਂ, ਬਾਬਿਆਂ ਤੋਂ, ਦੇਵੀਆਂ ਦੇਵਤਿਆਂ ਤੋਂ, ਤਾਂ ਉਥੋਂ ਤਾਂ ਇਹ ਚੀਜ਼ਾਂ ਮਿਲਣਗੀਆਂ ਨਹੀਂ, ਕਿਉਂਕਿ ਉੱਥੇ ਹੈ ਹੀ ਨਹੀਂ। ਜਿਸ ਜਗ੍ਹਾ ਤੇ ਜਿਹੜੀ ਸ਼ੈ ਹੈ ਉੱਥੋਂ ਹੀ ਮਿਲੇਗੀ ਨਾ। ਜੇ ਤੁਸੀਂ ਕਿਸੇ ਕੱਪੜੇ ਦੀ ਦੁਕਾਨ ਤੇ ਚਲੇ ਜਾਓ ਤੇ ਕੱਪੜੇ ਵਾਲੇ ਨੂੰ ਜਾ ਕਹੋ ਕਿ 10 ਕੁਇੰਟਲ ਸਰੀਆ ਚਾਹੀਦਾ, ਤੇ ਉਹਨੇ ਕਹਿਣਾ ਭਰਾ ਮੇਰੇ ਕੋਲ ਤੇ ਕੋਈ ਨਹੀਂ। ਤੇ ਉਹਨੂੰ ਜਿਵੇਂ ਮਰਜ਼ੀ ਤਰਲੇ ਕਰੋ, ਯਾਰ ਤੂੰ ਇੰਜ ਕਰ 2000 ਰੁਪਏ ਜੇ ਕੁਇੰਟਲ ਸਰੀਆ, ਤੂੰ 4000 ਰੁਪਏ ਕੁਇੰਟਲ ਲਾ ਦੇ ਦੇ ਯਾਰ, ਕੋਈ ਗੱਲ ਨਹੀਂ, ਜਿੱਥੋਂ ਮਰਜ਼ੀ ਪੈਦਾ ਕਰ ਦੇ ਯਾਰ, ਕੱਢ ਥੋੜਾ ਜਿਹਾ ਸਰੀਆ। ਉਹਨੇ ਕਹਿਣਾ ਭਰਾ ਕੱਪੜੇ ਦੀ ਦੁਕਾਨ ਹੈ, ਪਾਗਲ ਹੋਇਆ ਵੀ, ਤੇ ਸਰੀਆ ਹੈ ਹੀ ਨਹੀਂ, ਦਵਾ ਕਿੱਥੋਂ? ਜਿਹੜੀ ਚੀਜ਼ ਹੈ ਹੀ ਨਹੀਂ ਉਥੋਂ ਮਿਲੇਗੀ ਕਿੱਥੋਂ? ਇਸ ਲਈ ਜਿੱਥੇ ਇਹ ਚੀਜ਼ਾਂ ਹੈ ਹੀ ਨਹੀਂ, ਉਥੋਂ ਜਾ ਕੇ ਮੰਗੋਗੇ ਜੋਤਸ਼ੀਆਂ ਤੋਂ, ਬਾਬਿਆਂ ਤੋਂ, ਮੜੀਆਂ ਕਬਰਾਂ ਤੋਂ, ਤਾਂ ਕਿਵੇਂ ਮਿਲੇਗੀ? ਰੱਬ ਦੇ ਚਰਨਾਂ ਦੀ ਸ਼ਰਨ, ਗੁਰੂ ਦੇ ਚਰਨਾਂ ਦੀ ਸ਼ਰਨ। ਇਸ ਕਰਕੇ ਗੁਰੂ ਦੇ ਚਰਨਾਂ ਦੀ ਸ਼ਰਨ ਲਓ, ਪਾਵਨ ਬਾਣੀ ਪੜੋ, ਬਾਣੀ ਦੇ ਨਾਲ ਜੁੜੋ। ਤਿਸੈ ਪ੍ਰਾਪਤ ਪਾਏ ਰਹੋ ਜਿਸ ਦੇ ਵਿਧਾਤਾ। ਜਿਸ ਨੂੰ ਪ੍ਰਭੂ ਦੇਵੇਗਾ ਉਸ ਨੂੰ ਮਿਲਣਗੇ ਇਹ ਗੁਣ, ਤੇ ਪ੍ਰਭੂ ਉਸੇ ਨੂੰ ਦੇਗਾ ਜਿਹੜਾ ਪ੍ਰਭੂ ਤੋਂ ਮੰਗੇਗਾ, ਜੋ ਪ੍ਰਭੂ ਦੀ ਸ਼ਰਨ ਵਿੱਚ ਜਾਏਗਾ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰੇਗਾ, ਉਹਨੂੰ ਮਿਲ ਜਾਣਗੇ। ਮਨ ਤਨ ਭੀਤਰ ਮੌਲਿਆ, ਹਰ ਰੰਗ ਜਨ ਰਾਤਾ। ਭੀਤਰ ਦਾ ਮਤਲਬ ਅੰਦਰ, ਮੌਲਿਆ ਦਾ ਮਤਲਬ ਖਿੜਿਆ ਹੈ, ਰੰਗ ਦਾ ਮਤਲਬ ਪਿਆਰ ਵਿੱਚ। ਰੰਗ ਦਾ ਮਤਲਬ ਹੁੰਦਾ ਪਿਆਰ। ਰੰਗ ਦੇ ਗੱਗੇ ਨਾਲ ਸਿਹਾਰੀ ਜਿੱਥੇ ਲੱਗੀ ਹੋਈ, ਉਹਦਾ ਮਤਲਬ ਰੰਗ ਵਿੱਚ। ਹੁਣ ਉਹ ਮਨੁੱਖ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਹਰ ਰੰਗ ਜਨ ਰਾਤਾ, ਜਿਹੜਾ ਜਨ, ਜਿਹੜਾ ਪ੍ਰਭੂ ਦਾ ਦਾਸ, ਪ੍ਰਭੂ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ, ਆਪਣੀ ਸੋਚ ਨੂੰ ਪ੍ਰਭੂ ਦੇ ਪ੍ਰੇਮ ਵਿੱਚ ਰੰਗ ਲੈਂਦਾ ਹੈ, ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਮਨ ਤਨ ਭੀਤਰ ਮੌਲਿਆ। ਉਹ ਆਪਣੇ ਮਨ ਵਿੱਚ ਵੀ ਔਰ ਆਪਣੇ ਤਨ ਵਿੱਚ ਵੀ ਖਿੜਿਆ ਰਹਿੰਦਾ ਹੈ। ਮਨ ਕਰਕੇ ਵੀ ਔਰ ਤਨ ਕਰਕੇ ਵੀ। ਮੌਲਿਆ ਦਾ ਮਤਲਬ ਖਿੜਿਆ ਰਹਿੰਦਾ ਹੈ। ਉਹਦੇ ਅੰਦਰ ਵੀ ਚੜ੍ਹਦੀ ਕਲਾ ਹੈ, ਉਹਦੇ ਬਾਹਰ ਵੀ ਚੜ੍ਹਦੀ ਕਲਾ ਹੈ। ਉਹ ਅੰਦਰੋਂ ਵੀ ਖੁਸ਼ ਹੈ, ਉਹ
ਬਾਹਰੋਂ ਵੀ ਖੁਸ਼ ਹੈ, ਉਹਦੀ ਜ਼ਿੰਦਗੀ ਵਿੱਚ ਬਨਾਵਟ ਨਹੀਂ ਹੈ, ਮਨ ਕਰਕੇ ਵੀ ਖੁਸ਼, ਤਨ ਕਰਕੇ ਵੀ ਖੁਸ਼। ਕੌਣ? ਹਰ ਰੰਗ ਜਨ ਰਾਤਾ, ਜਿਹੜਾ ਪ੍ਰਭੂ ਦਾ ਪਿਆਰਾ, ਰੱਬੀ ਪ੍ਰੇਮ ਦੇ ਅੰਦਰ ਰੰਗਿਆ ਗਿਆ, ਜਿਹਨੇ ਆਪਣੇ ਆਪ ਨੂੰ ਰੱਬੀ ਪ੍ਰੇਮ ਵਿੱਚ ਰੰਗ ਲਿਆ, ਰੱਬੀ ਗੁਣਾਂ ਦੇ ਅੰਦਰ ਆਪਣੀ ਸੋਚ ਨੂੰ ਰੰਗ ਲਿਆ, ਉਹ ਮਨ ਔਰ ਤਨ ਕਰਕੇ ਮੌਲਿਆ ਹੋਇਆ ਹੈ, ਖਿੜਿਆ ਹੋਇਆ ਹੈ ਚੜ੍ਹਦੀ ਕਲਾ ਵਿੱਚ। ਤਾਂ ਦੇਖੋ ਇਸ ਪੰਕਤੀ ਦੇ ਵਿੱਚੋਂ ਸਾਨੂੰ ਕਿੰਨੀ ਸੋਹਣੀ ਸੇਧ ਮਿਲ ਰਹੀ ਹੈ ਕਿ ਜੇ ਅਸੀਂ ਮਨ ਔਰ ਤਨ ਕਰਕੇ ਖੁਸ਼ ਰਹਿਣਾ ਚਾਹੁੰਦੇ ਹਾਂ, ਖਿੜੇ ਹੋਏ, ਬਸੰਤ ਬਹਾਰ ਸਾਡੀ ਜ਼ਿੰਦਗੀ ਵਿੱਚ ਬਣੀ ਰਹੇ, ਤਾਂ ਸਾਨੂੰ ਮਨ ਕਰਕੇ ਰੱਬੀ ਗੁਣਾਂ ਦੇ ਧਾਰਨੀ ਹੋ ਜਾਣਾ ਚਾਹੀਦਾ ਹੈ। ਰੱਬੀ ਗੁਣਾਂ ਦੇ ਨਾਲ ਸਾਨੂੰ ਪਿਆਰ ਪਾਉਣਾ ਚਾਹੀਦਾ ਹੈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਅਸੀਂ ਵੀ ਮਨ ਔਰ ਤਨ ਕਰਕੇ ਸੁਖੀ ਔਰ ਸ਼ਾਂਤ ਹੋ ਜਾਵਾਂਗੇ। ਸਾਧ ਸੰਗ ਗੁਣ ਗਾਇਆ, ਸਭ ਦੋਖੇ ਖਾਤਾ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ, ਸਾਧ ਸੰਗ ਗੁਰੂ ਦੀ ਸ਼ਰਨ। ਗੁਣ ਗਾਇਆ ਦਾ ਮਤਲਬ ਜੋ ਗੁਣ ਗਾਉਂਦਾ ਹੈ। ਸਭ ਦੋਖੇ ਦਾ ਮਤਲਬ ਐਬ, ਖਾਤਾ ਦਾ ਮਤਲਬ ਖਾਦੇ ਜਾਂਦੇ ਨੇ, ਨਾਸ ਕਰ ਲੈਂਦਾ। ਜਿਵੇਂ ਜਿਵੇਂ ਪ੍ਰਭੂ ਦੀ ਸ਼ਰਨ ਵਿੱਚ ਕੋਈ ਗੁਣ ਗਾਉਂਦਾ ਹੈ, ਤਿਉਂ ਉਹ ਸਾਰੇ ਵਿਕਾਰਾਂ ਨੂੰ, ਐਬਾਂ ਨੂੰ ਆਪਣੀ ਜ਼ਿੰਦਗੀ ਚੋਂ ਮਿਟਾ ਲੈਂਦਾ। ਦੋਖ ਦਾ ਮਤਲਬ ਐਬ, ਉਹਦੀ ਜ਼ਿੰਦਗੀ ਚੋਂ ਐਬ ਮਿਟ ਜਾਂਦੇ ਨੇ। ਜਿਵੇਂ ਜਿਵੇਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਗੁਣ ਗਾਉਂਦਾ ਹੈ ਨਾ, ਤਿਵੇਂ ਤਿਵੇਂ ਉਹਦੀ ਜ਼ਿੰਦਗੀ ਚੋਂ ਐਬ ਮਿਟ ਜਾਂਦੇ ਨੇ। ਤਾਂ ਦੇਖੋ ਹੁਣ ਅਸੀਂ ਕਲਾਸ ਵਿੱਚ ਆ ਰਹੇ ਹਾਂ, ਜਾਂ ਅਸੀਂ ਘਰ ਬਹਿ ਕੇ ਬਾਣੀ ਪੜ੍ਹ ਰਹੇ ਹਾਂ, ਜਾਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ, ਸਤਸੰਗ ਵਿੱਚ ਜਾ ਰਹੇ ਹਾਂ, ਤਾਂ ਉਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਗੁਣਾਂ ਦੇ ਧਾਰਨੀ ਹੋਣਾ ਹੈ। ਸਤਸੰਗਤ ਸਤਿਗੁਰੂ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਇੱਥੋਂ ਅਸੀਂ ਹਰੀ ਦੇ ਗੁਣ ਸਿੱਖਣੇ ਨੇ। ਗੁਣ ਗਾਣ ਦਾ ਮਤਲਬ ਗੁਣਾਂ ਦੇ ਅਸੀਂ ਧਾਰਨੀ ਹੋਣਾ। ਤੇ ਜਿਵੇਂ ਜਿਵੇਂ ਕੋਈ ਗੁਣਾਂ ਦਾ ਧਾਰਨੀ ਹੋਏਗਾ, ਤਿਵੇਂ ਤਿਵੇਂ ਉਹਦੀ ਜ਼ਿੰਦਗੀ ਚੋਂ ਐਬ ਖਤਮ ਹੁੰਦੇ ਜਾਣਗੇ ਆਟੋਮੈਟਿਕਲੀ। ਜੇ ਕੋਈ ਸੱਚ ਬੋਲਣਾ ਸ਼ੁਰੂ ਕਰ ਦੇਗਾ ਤਾਂ ਝੂਠ ਆਟੋਮੈਟਿਕਲੀ ਖਤਮ ਹੋ ਜਾਏਗਾ। ਜੇ ਕੋਈ ਪਿਆਰ ਔਰ ਨਿਮਰਤਾ ਦੇ ਨਾਲ ਰਹਿਣਾ ਸ਼ੁਰੂ ਕਰ ਦੇਗਾ ਤਾਂ ਉਹਦੀ ਜ਼ਿੰਦਗੀ ਚੋਂ ਈਗੋ ਔਰ ਗੁੱਸਾ ਆਟੋਮੈਟਿਕਲੀ ਖਤਮ ਹੋ ਜਾਏਗਾ। ਜੇ ਕੋਈ ਸੰਤੋਖ ਵਿੱਚ ਰਹਿਣਾ ਸ਼ੁਰੂ ਕਰ ਦੇਗਾ ਤਾਂ ਉਹਦੀ ਜ਼ਿੰਦਗੀ ਚੋਂ ਲਾਲਚ ਔਰ ਈਰਖਾ ਆਟੋਮੈਟਿਕਲੀ ਖਤਮ ਹੋ ਜਾਏਗੀ। ਤੇ ਜਿਹੜੇ ਇਹ ਐਬ ਮਿਟ ਗਏ, ਇਹਨਾਂ ਐਬਾਂ ਕਰਕੇ ਦੁੱਖ ਨੇ, ਦੁੱਖ ਵੀ ਖਤਮ ਹੋ ਜਾਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਤਾਂ ਗੁਰੂ ਜੀ ਕਹਿੰਦੇ ਨੇ ਜਿਵੇਂ ਜਿਵੇਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਕੋਈ ਗੁਨਾਹ ਦਾ ਧਾਰਨੀ ਹੁੰਦਾ ਹੈ, ਉਹ ਆਪਣੇ ਸਾਰੇ ਐਬਾਂ ਨੂੰ ਮਿਟਾ ਲੈਂਦਾ ਹੈ। ਇਸ ਲਈ ਅਸੀਂ ਆਪਣਾ ਸੈਲਫ ਐਨਾਲਿਸਿਸ ਕਰਦੇ ਰਹਿਣਾ ਹੈ ਕਿ ਸਾਡੇ ਅੰਦਰੋਂ ਕੁਝ ਐਬ ਖਤਮ ਹੋਏ ਨੇ, ਅਸੀਂ ਕਿਹੜੇ ਕਿਹੜੇ ਨਵੇਂ ਗੁਣਾਂ ਦੇ ਧਾਰਨੀ ਹੋਏ ਹਾਂ। ਸਾਡੀ ਹੁਣ ਤੱਕ ਦੀ ਜੋ ਜ਼ਿੰਦਗੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨਹੀਂ ਸਨ ਜਿਹੜੇ ਅਸੀਂ ਨਵੇਂ ਧਾਰਨ ਕੀਤੇ ਨੇ। ਕੀ ਕੋਈ ਨਵਾਂ ਗੁਣ ਧਾਰਨ ਕੀਤਾ ਹੈ? ਜਿਵੇਂ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਕਰੀਬ 1 ਸਾਲ ਤੇ 3-4 ਮਹੀਨੇ ਮੇਰੇ ਖਿਆਲ ਚ ਹੋ ਚੱਲੇ ਨੇ ਆਪਣੀ ਕਲਾਸ ਨੂੰ। ਤਾਂ ਜੇ ਅਸੀਂ ਆਪਣੀ ਗੱਲ ਕਰੀਏ, ਸੈਲਫ ਐਨਾਲਿਸਿਸ ਕਰਨਾ ਹੋਏ, ਅਸਾਂ ਜਿੰਨੇ ਵੀ ਅਸੀਂ 40-45 ਮੈਂਬਰ ਹਾਂ, 45 ਮੈਂਬਰ ਨੇ ਇਸ ਟਾਈਮ, ਤਾਂ ਸਾਡੇ ਵਿੱਚ ਕਿਹੜੇ ਕਿਹੜੇ ਗੁਣ ਆਏ ਨਵੇਂ, ਅਸੀਂ ਕਿਹੜਾ ਨਵਾਂ ਗੁਣ ਸਿੱਖਿਆ, ਔਰ ਉਹ ਗੁਣ ਧਾਰਨ ਕਰਨ ਕਰਕੇ ਸਾਡੀ ਜ਼ਿੰਦਗੀ ਚੋਂ ਕਿਹੜਾ ਐਬ ਖਤਮ ਹੋਇਆ। ਸਾਨੂੰ ਸੈਲਫ ਐਨਾਲਿਸਿਸ ਜ਼ਰੂਰ ਕਰਨਾ ਚਾਹੀਦਾ ਹੈ, ਜਿਸ ਕਰਕੇ ਸਾਡੇ ਜੀਵਨ ਦਾ ਵਿਕਾਸ ਹੋਵੇ। ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ, ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਹੁਣ ਦੇਖੋ ਕਿੰਨੇ ਮਹਾਨ ਵਿਚਾਰ ਕਿ ਉਹ ਮਨੁੱਖ ਅਸਲ ਵਿੱਚ ਜਿਉਂਦਾ ਹੈ ਜਿਸ ਨੇ ਇੱਕ ਪ੍ਰਭੂ ਨੂੰ ਪਛਾਣਿਆ ਹੈ। ਨਾਨਕ ਸੋਈ ਜੀਵਿਆ, ਸਿਰਫ ਉਹ ਮਨੁੱਖ ਹੀ ਅਸਲ ਜ਼ਿੰਦਗੀ ਇਨਸਾਨੀਅਤ ਵਾਲੀ ਜੀ ਰਿਹਾ ਹੈ। ਜਿਨ ਇੱਕ ਪਛਾਤਾ, ਜਿਸ ਨੇ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ, ਜਿਨੇ ਇੱਕ ਪ੍ਰਭੂ ਦੇ ਨਾਲ ਜਾਣ ਪਛਾਣ ਬਣਾ ਲਈ ਹੈ, ਆਪਣੇ ਅੰਦਰ ਵੀ ਦੂਜਿਆਂ ਦੇ ਅੰਦਰ ਵੀ। ਤੇ ਪ੍ਰਭੂ ਨੂੰ ਪਛਾਣਨ ਦਾ ਮਤਲਬ ਰੱਬੀ ਗੁਣਾਂ ਨੂੰ ਪਛਾਨਣਾ, ਰੱਬੀ ਗੁਣਾਂ ਦੇ ਨਾਲ ਜਾਣ ਪਛਾਣ ਬਣਾ ਲੈਣੀ। ਜਿਨੇ ਇੱਕ ਨੂੰ ਪਛਾਣ ਲਿਆ, ਅਸਲ ਦੇ ਵਿੱਚ ਉਹ ਜ਼ਿੰਦਗੀ ਜੀ ਰਿਹਾ ਹੈ। ਹੁਣ ਇੱਕ ਦਿਸ ਤੇ ਚਾਰਜ ਫੇਰੇ ਰਿਹਾ ਹੈ, ਪਰ ਪਛਾਨਣਾ ਹੈ।
ਦੇਖੋ ਇੱਕ ਹੀ ਫੈਲਿਆ ਹੋਇਆ ਹੈ, ਸਾਰਾ ਸੰਸਾਰ ਹੈ ਹੀ ਇੱਕ ਓੰਕਾਰ, ਇੱਕ ਹੀ ਪਸਰਿਆ ਹੋਇਆ ਹੈ। ਜਿਨਨੇ ਇਸ ਚੀਜ਼ ਨੂੰ ਸਮਝ ਲਿਆ ਕਿ ਇਹ ਸਾਰਾ ਕੁਝ ਦਿਸਦਾ ਜਗਤ ਉਸ ਪ੍ਰਭੂ ਦਾ ਰੂਪ ਹੈ, ਜਿਹੜਾ ਇਸ ਗੱਲ ਨੂੰ ਮੰਨ ਲਏਗਾ ਨਾ, ਉਹ ਫਿਰ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਜੋ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਕੀਤੀ ਸੀ, ਉਹਨਾਂ ਗੁਣਾਂ ਦਾ ਵੀ ਧਾਰਨੀ ਹੋਏਗਾ। ਜਿਸਨੇ ਇੱਕ ਨੂੰ ਪਛਾਣ ਲਿਆ ਹੋਏਗਾ ਉਹ ਜਾਤੀਵਾਦ ਆਦਿਕ ਤੋਂ ਬਾਹਰ ਆ ਜਾਏਗਾ। ਜਿਸਨੇ ਇੱਕ ਨੂੰ ਪਛਾਣ ਲਿਆ ਹੋਏਗਾ ਉਹ ਅੰਦਰੋਂ ਬਾਹਰੋਂ ਇੱਕ ਹੋਏਗਾ। ਜਿਨਨੇ ਇੱਕ ਨੂੰ ਪਛਾਣ ਲਿਆ ਹੋਏਗਾ ਉਹ ਦੂਜਿਆਂ ਦੇ ਨਾਲ ਵੀ ਬਿਹੇਵੀਅਰ ਚੰਗਾ ਕਰੇਗਾ। ਜਿਨਨੇ ਇੱਕ ਨੂੰ ਪਛਾਣ ਲਿਆ ਹੋਏਗਾ ਉਹ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਸਤਿਕਾਰ ਕਰੇਗਾ। ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹੋਣਗੇ। ਉਹ ਇਨਸਾਨੀਅਤ ਵਾਲੀ ਜ਼ਿੰਦਗੀ ਅਸਲ ਵਿੱਚ ਜੀ ਰਿਹਾ ਹੋਏਗਾ। ਅਸਲ ਜਿਉਣਾ ਉਹਦਾ ਹੀ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਜੇ ਇੱਕ ਨੂੰ ਵਿਸਾਰ ਕੇ ਕੋਈ ਜਿਉਂਦਾ ਹੈ ਤਾਂ ਉਹਦਾ ਜਿਉਣਾ ਨਹੀਂ ਹੈ, ਉਹਦਾ ਖਾਣਾ ਪੀਣਾ ਸਾਰਾ ਕੁਝ ਹਰਾਮ ਤੇ ਬੇਕਾਰ ਹੈ। ਤਾਂ ਉਹ ਇਨਸਾਨ ਅਸਲੀ ਜੀ ਰਿਹਾ ਹੈ। ਸ਼ਲੋਕ ਮਹਿਲਾ ਪੰਜਵਾਂ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ। ਖੱਖੜੀਆਂ, ਖੱਖੜੀਆਂ ਦਾ ਮਤਲਬ ਕੱਕੜੀਆਂ ਜੋ ਅੱਕ ਦੀਆਂ ਡੋਡੀਆਂ ਹੁੰਦੀਆਂ ਨੇ। ਅੱਕ ਕੰਠ ਦਾ ਮਤਲਬ ਅੱਕ ਦੇ ਗਲੇ ਨਾਲ, ਅੱਕ ਦੀ ਟਹਿਣੀ ਦੇ ਨਾਲ। ਹੁਣ ਇੱਥੋਂ ਦੇ ਬੱਚੇ ਤਾਂ ਸ਼ਾਇਦ ਅੱਕ ਨੂੰ ਨਾ ਸਮਝਣ, ਕਿਉਂਕਿ ਪਰ ਇੰਡੀਆ ਦੇ ਵਿੱਚ ਜੋ ਅਸੀਂ, ਸਾਡੀ ਮੇਰੀ ਏਜ ਦੇ ਜੋ ਵੀਰ ਭੈਣਾਂ ਹੋ, ਉਹਨਾਂ ਨੂੰ ਅੱਕ ਬਾਰੇ ਪਤਾ ਹੈ। ਅੱਜ ਕੱਲ ਇੰਡੀਆ ਵਿੱਚ ਵੀ ਅੱਕ ਥੋੜਾ ਖਤਮ ਹੋ ਗਿਆ। ਅੱਕ ਦੀਆਂ ਡੋਡੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਜਦੋਂ ਤੱਕ ਅੱਕ ਦੀ ਟਹਿਣੀ ਨਾਲ ਲੱਗੀਆਂ ਹੁੰਦੀਆਂ ਨੇ, ਉਦੋਂ ਤੱਕ ਉਹ ਸੋਹਣੀਆਂ ਨੇ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ। ਅੱਕ ਦੀਆਂ ਕੱਕੜੀਆਂ ਤਦ ਤੱਕ ਸੋਹਣੀਆਂ ਲੱਗਦੀਆਂ ਨੇ ਜਦੋਂ ਤੱਕ ਅੱਕ ਦੀ ਟਹਿਣੀ ਦੇ ਨਾਲ ਲੱਗੀਆਂ ਹੋਈਆਂ ਨੇ। ਬਿਰਹਿ ਵਿਛੋੜਾ ਧਣੀ ਸਿਉ, ਨਾਨਕ ਸਹਸੇ ਗੰਠ। ਗੰਠ ਦਾ ਮਤਲਬ ਤੂੰਬੇ, ਹਿੱਸੇ। ਬਿਰਹਿ ਦਾ ਮਤਲਬ ਵਿਜੋਗ, ਧਣੀ ਸਿਉ ਦਾ ਮਤਲਬ ਮਾਲਕ ਨਾਲੋਂ, ਅੱਕ ਦੇ ਨਾਲੋਂ। ਜਦੋਂ ਉਹ ਅੱਕ ਦੀਆਂ ਡੋਡੀਆਂ ਅੱਕ ਦੀ ਟਹਿਣੀ ਨਾਲੋਂ ਟੁੱਟ ਜਾਂਦੀਆਂ ਨੇ ਤਾਂ ਉਹਦੇ ਹਜ਼ਾਰਾਂ ਤੂੰਬੇ ਉੱਡ ਜਾਂਦੇ ਨੇ। ਅੱਕ ਦੀ ਡੋਡੀ ਦੇ ਅੰਦਰ ਨਾ ਰੂੰ ਹੁੰਦਾ ਹੈ। ਅੱਕ ਦੀ ਡੋਡੀ ਨੂੰ ਪਾੜੀਏ ਵਿੱਚੋਂ ਰੂੰ ਦੇ ਤੂੰਬੇ ਨਿਕਲਦੇ ਨੇ। ਤੇ ਅਸੀਂ ਰਾਜਸਥਾਨ ਸਾਂ, ਛੋਟੇ ਛੋਟੇ ਹੋਈਦਾ, ਅਸੀਂ ਗਰਮੀ ਬਾਹਰ ਨਿਕਲ ਜਾਣਾ ਔਰ ਅੱਕ ਦੀਆਂ ਜਿਹੜੀਆਂ ਡੋਡੀਆਂ ਨੇ ਤੋੜ ਕੇ ਤੇ ਵਿੱਚੋਂ ਤੂੰਬੇ ਕੱਢ ਕੇ ਫੂਕ ਮਾਰ ਮਾਰ ਕੇ ਉਡਾਈਦਾ ਸੀ। ਤੂੰਬੇ ਤੂੰਬੇ ਹੋ ਜਾਂਦੀਆਂ ਨੇ। ਤਾਂ ਹੁਣ ਦੱਸ ਰਹੇ ਨੇ ਕਿ ਜਿਵੇਂ ਅੱਕ ਦੀ ਡੋਡੀ ਅੱਕ ਦੀ ਟਹਿਣੀ ਨਾਲ ਜਦੋਂ ਤੱਕ ਲੱਗੀ ਹੈ ਉਦੋਂ ਤੱਕ ਉਹ ਸੁਹਾਵਣੀ ਹੈ। ਜਦੋਂ ਅੱਕ ਦੀ ਟਹਿਣੀ ਨਾਲ ਉਹ ਟੁੱਟ ਜਾਂਦੀ ਹੈ, ਉਹਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਨੇ, ਤੂੰਬੇ ਤੂੰਬੇ ਹੋ ਕੇ ਉੱਡ ਜਾਂਦੀ ਹੈ। ਇਸੇ ਤਰ੍ਹਾਂ ਸਾਨੂੰ ਸਮਝਾ ਰਿਹਾ ਹੈ ਗੁਰੂ ਜੀ, ਸਮਝਾ ਰਹੇ ਹਨ ਕਿ ਜਦੋਂ ਤੱਕ ਅਸੀਂ ਇੱਕ ਦੇ ਨਾਲ ਜੁੜੇ ਹਾਂ, ਪ੍ਰਭੂ ਨਾਲ ਜੁੜੇ ਹਾਂ, ਮੂਲ ਨਾਲ, ਸੱਚ ਨਾਲ ਜੁੜੇ ਹਾਂ, ਗੁਰੂ ਨਾਲ ਜੁੜੇ ਹਾਂ, ਉਦੋਂ ਤੱਕ ਸਾਡੀ ਜ਼ਿੰਦਗੀ ਸੁਹਾਵਣੀ ਹੈ। ਜਦੋਂ ਬੰਦਾ ਇੱਕ ਦੇ ਨਾਲੋਂ ਟੁੱਟ ਜਾਏਗਾ, ਤੂੰਬੇ ਤੂੰਬੇ ਹੋ ਜਾਏਗਾ, ਭਾਵ ਕਿ ਉਹਦਾ ਮਨ ਖਿੰਡ ਜਾਏਗਾ, ਉਹਦੇ ਅੰਦਰ ਅਨੇਕਾਂ ਵਿਕਾਰ ਆ ਜਾਣਗੇ, ਉਹਦਾ ਮਨ ਦਸਾਂ ਦਿਸ਼ਾਵਾਂ ਦੇ ਵਾਲੇ ਪਾਸੇ ਦੌੜਦਾ ਰਹੇਗਾ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਉਹਦੇ ਸੁੱਖ ਤੂੰਬੇ ਤੂੰਬੇ ਹੋ ਜਾਣਗੇ, ਉਹਦੀ ਇਨਸਾਨੀਅਤ ਤੂੰਬੇ ਤੂੰਬੇ ਹੋ ਜਾਏਗੀ, ਭਾਵ ਕਿ ਉਹਦੇ ਅੰਦਰ ਸੁੱਖ ਸ਼ਾਂਤੀ ਆਦਿਕ ਨਹੀਂ ਰਹਦੇ। ਮਹਿਲਾ ਪੰਜਵਾਂ। ਵਿਸਾਰੇਂਦੇ ਮਰ ਗਏ, ਮਰ ਪੇ ਨਾ ਸਕੈ ਮੂਲ। ਇਹਨੂੰ ਵਿਸਾਰੇਦੇ ਨਹੀਂ ਪੜਨਾ, ਵਿਸਾਰੇਂਦੇ। ਵਿਸਾਰੇਂਦੇ ਦਾ ਮਤਲਬ ਵਿਸਾਰਨ ਵਾਲੇ। ਮਰ ਗਏ ਦਾ ਮਤਲਬ ਮਰ ਜਾਂਦੇ ਨੇ। ਮੂਲ ਦਾ ਮਤਲਬ ਉੱਕਾ ਹੀ, ਚੰਗੀ ਤਰ੍ਹਾਂ, ਮੁਕੰਮਲ ਤੌਰ ਤੇ। ਪ੍ਰਭੂ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ ਨੇ, ਆਤਮਕ ਮੋਤੇ। ਮਰ ਪੇ ਨਾ ਸਕੈ ਮੂਲ, ਪਰ ਉਹ ਚੰਗੀ ਤਰ੍ਹਾਂ ਮਰ ਵੀ ਨਹੀਂ ਸਕਦੇ। ਚੰਗੀ ਤਰ੍ਹਾਂ ਮਰ ਨਹੀਂ ਸਕਦੇ ਦਾ ਮਤਲਬ ਦੁਖੀ ਹੁੰਦੇ ਨੇ। ਇੱਕ ਤੇ ਆਤਮਕ ਮੌਤ ਤੇ ਮਰੇ ਨੇ, ਦੂਜਾ ਦੁਖੀ ਹੋ ਰਹੇ ਨੇ। ਕਿਵੇਂ ਨੇ ਉਹ? ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉੱਪਰ ਸੂਲ। ਤਸਕਰ ਉੱਪਰ ਨਹੀਂ ਪੜਨਾ, ਤਸਕਰ ਤੇ ਵਿਸਰਾਮ ਲਗਾਣਾ ਹੈ। ਜਿਉ ਤਸਕਰ ਉੱਪਰ ਸੂਲ। ਸੂਲ ਦਾ ਮਤਲਬ ਸੂਲੀ। ਵੇਮੁਖ ਹੋਏ ਰਾਮ ਤੇ, ਜੋ ਪ੍ਰਭੂ ਤੋਂ ਵੇਮੁਖ ਹੋਏ ਨੇ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦੇ, ਉਹ ਇੰਜ ਨੇ ਜਿਵੇਂ ਕਿਸੇ ਚੋਰ ਨੂੰ ਸੂਲੀ ਤੇ ਚੜਾ ਦਿੱਤਾ ਜਾਏ।
ਹੁਣ ਸੂਲੀ ਤੇ ਜਦੋਂ ਚੜਾਉਂਦੇ ਸਨ ਨਾ, ਇੱਕ ਤਾਂ ਤੁਸੀਂ ਦੇਖਿਆ ਹੈ ਜਿਵੇਂ ਈਸਾ ਮਸੀਹ ਨੂੰ ਸੂਲੀ ਤੇ ਚੜਾਇਆ ਹੈ, ਦੋਵੇਂ ਹੱਥ ਦੇ ਵਿੱਚੋਂ ਕਿੱਲ ਠੋਕੇ ਹੋਏ ਨੇ, ਤੇ ਦੂਜਾ ਸੂਲੀ ਤੇ ਐਵੇਂ ਵੀ ਚੜਾਉਂਦੇ ਸਨ ਕਿ ਇੱਕ ਸੁੱਕੇ ਹੋਏ ਰੁੱਖ ਨੂੰ ਉੱਤੋਂ ਤਿੱਖਾ ਕਰਕੇ ਨਾ, ਤੇ ਉਹਦੇ ਉੱਤੇ ਬੰਦੇ ਨੂੰ ਪਾ ਕੇ ਢਿੱਡ ਪਰਨੇ ਥੱਲੇ ਖਿੱਚ ਦਿੰਦੇ ਸੀ, ਉਹ ਸੂਲੀ ਉਹਦੇ ਪੇਟ ਦੇ ਵਿੱਚ ਵੜ ਜਾਂਦੀ ਸੀ ਤੇ ਬੰਦਾ ਤੜਪ ਤੜਪ ਕੇ ਮਰਦਾ ਸੀ। ਸੂਲੀ ਤੇ ਚੜਿਆ ਬੰਦਾ ਤੜਪ ਤੜਪ ਕੇ ਮਰਦਾ ਹੈ, ਇੱਕਦਮ ਨਹੀਂ ਮਰਦਾ, ਦੁਖੀ ਹੋ ਕੇ ਮਰਦਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਜਿਨ੍ਹਾਂ ਨੇ ਪ੍ਰਭੂ ਨੂੰ ਵਿਸਾਰਿਆ ਹੈ ਉਹ ਮਰ ਗਏ ਨੇ, ਆਤਮਿਕ ਮੌਤ ਉਹਨਾਂ ਦੇ ਅੰਦਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਮਰ ਵੀ ਨਾ ਸਕੇ ਮੂਲ ਦਾ ਮਤਲਬ ਚੰਗੀ ਤਰ੍ਹਾਂ ਮਰ ਨਹੀਂ ਪਾਉਂਦੇ, ਭਾਵ ਕਿ ਉਹ ਤੜਫਦੇ ਨੇ, ਦੁਖੀ ਹੁੰਦੇ ਨੇ। ਕਿਵੇਂ ਦੁਖੀ ਹੁੰਦੇ ਨੇ? ਜਿਵੇਂ ਚੋਰ ਨੂੰ ਸੂਲੀ ਤੇ ਚੜਾਇਆ ਹੋਏ ਤੇ ਉਹ ਤੜਫ ਤੜਫ ਕੇ ਮਰਦਾ ਹੈ, ਇਸੇ ਤਰ੍ਹਾਂ ਉਹ ਇਨਸਾਨ ਜੀਵਨ ਦੇ ਅੰਦਰ ਦੁਖੀ ਹੁੰਦੇ ਨੇ, ਵਿਕਾਰਾਂ ਕਰਕੇ ਤੜਫਦੇ ਨੇ, ਮਾਨਸਿਕ ਅਸ਼ਾਂਤੀ ਸਹਾਰਦੇ ਨੇ, ਨਾਲ ਉਹਨਾਂ ਦੀ ਅੰਦਰੋਂ ਜ਼ਮੀਰ ਵੀ ਮਰ ਜਾਂਦੀ ਹੈ, ਇਨਸਾਨੀਅਤ ਵੀ ਮਰ ਜਾਂਦੀ ਹੈ। ਪੌੜੀ ਸੁਖ ਨਿਧਾਨ ਪ੍ਰਭ ਏਕ ਹੈ, ਅਬਿਨਾਸ਼ੀ ਸੁਣਿਆ। ਸੁਣਿਆ ਦਾ ਮਤਲਬ ਸੁਣੀ ਦਾ ਹੈ। ਸੁਖ ਨਿਧਾਨ ਦਾ ਮਤਲਬ ਸੁੱਖਾਂ ਦਾ ਖਜ਼ਾਨਾ। ਸੁੱਖਾਂ ਦਾ ਖਜ਼ਾਨਾ ਸਿਰਫ ਇੱਕੋ ਹੀ ਸੁਣਿਆ ਜਾਂਦਾ ਹੈ ਕਿ ਪ੍ਰਭੂ ਇੱਕ ਹੈ, ਤੇ ਉਹ ਇੱਕ ਪ੍ਰਭੂ ਹੀ ਸੁੱਖਾਂ ਦਾ ਖਜ਼ਾਨਾ ਹੈ। ਇਹ ਗੱਲ ਸੁਣੀ ਜਾਂਦੀ ਹੈ, ਇਹ ਗੱਲ ਪੱਕੀ ਹੈ ਕਿ ਇੱਕ ਪ੍ਰਭੂ ਹੀ ਸੁੱਖਾਂ ਦਾ ਖਜ਼ਾਨਾ ਹੈ। ਯਾਨੀ ਰੱਬ ਦੀ ਰਜ਼ਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਨੂੰ ਗਾਣਾ ਹੀ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਮੂਲ ਹੈ। ਜੇ ਇੱਕ ਨਾਲੋਂ ਟੁੱਟ ਜਾਓਗੇ, ਅੰਦਰੋਂ ਬਾਹਰੋਂ ਇੱਕ ਨਹੀਂ ਰਹੋਗੇ, ਵਿਹਾਰ ਬੰਦਾ ਦੂਜਿਆਂ ਨਾਲ ਇੱਕ ਜੈਸਾ ਨਹੀਂ ਕਰੇਗਾ, ਸੱਚ ਦੇ ਨਾਲ ਨਹੀਂ ਜੁੜੇਗਾ, ਤਾਂ ਉਹ ਇਨਸਾਨ ਸੁਖੀ ਨਹੀਂ ਰਹੇਗਾ। ਇੱਕ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਜਲ ਥਲ ਮਹੀਲ ਪੂਰਿਆ, ਘਟ ਘਟ ਹਰ ਭਣਿਆ। ਭਣਿਆ ਦਾ ਮਤਲਬ ਬੋਲਿਆ ਜਾਂਦਾ ਹੈ, ਕਿਹਾ ਜਾਂਦਾ ਹੈ। ਜਲ ਥਲ ਦਾ ਮਤਲਬ ਜਲ ਵਿੱਚ ਵੀ, ਥਲ ਵਿੱਚ ਵੀ, ਧਰਤੀ ਵਿੱਚ ਵੀ, ਧਰਤੀ ਦੇ ਤਲ ਤੇ ਵੀ, ਭਾਵ ਹਰ ਥਾਂ ਦੇ ਅੰਦਰ ਪੂਰਿਆ ਦਾ ਮਤਲਬ ਪਰਿਪੂਰਨ ਹੈ। ਜਲ ਵਿੱਚ ਵੀ, ਥਲ ਵਿੱਚ ਵੀ, ਆਕਾਸ਼ ਵਿੱਚ ਵੀ, ਧਰਤੀ ਤੇ ਵੀ, ਪੌਣ ਪਾਣੀ ਬੈਸੰਤਰ, ਭਾਵ ਕਣ ਕਣ ਦੇ ਅੰਦਰ ਪਰਿਪੂਰਨ ਹੈ। ਘਟ ਘਟ ਹਰ ਭਣਿਆ, ਘਟ ਘਟ ਦਾ ਮਤਲਬ ਹਰ ਹਿਰਦੇ ਵਿੱਚ, ਭਣਿਆ ਦਾ ਮਤਲਬ ਬੋਲਿਆ ਜਾਂਦਾ ਹੈ, ਉਹ ਕਿਹਾ ਜਾਂਦਾ ਹੈ ਕਿ ਉਹ ਹਰ ਘਟ ਦੇ ਅੰਦਰ ਹੈ। ਸਾਰੇ ਇਹ ਲੋਕ ਕਹਿੰਦੇ ਨੇ ਕਿ ਉਹ ਹਰ ਹਿਰਦੇ ਦੇ ਅੰਦਰ ਵਸ ਰਿਹਾ ਹੈ। ਤਾਂ ਇਹਦਾ ਮਤਲਬ ਹਰ ਇੱਕ ਦੇ ਅੰਦਰ ਇਹ ਸੰਭਾਵਨਾ ਹੈ ਕਿ ਉਹ ਰੱਬ ਵਰਗਾ ਹੋ ਕੇ ਜੀਵੇ। ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ। ਕੀਟ ਦਾ ਮਤਲਬ ਕੀੜਾ, ਹਸਤੀ ਦਾ ਮਤਲਬ ਹਾਥੀ, ਊਚ ਨੀਚ ਦਾ ਮਤਲਬ ਉੱਚੇ ਨੀਵੇਂ, ਇੱਕ ਸਮਾਨ ਦਾ ਮਤਲਬ ਇੱਕੋ ਤਰ੍ਹਾਂ। ਉੱਚੇ ਨੀਵੇਂ ਸਭ ਜੀਵਾਂ ਦੇ ਵਿੱਚ ਇੱਕੋ ਤਰ੍ਹਾਂ ਵਰਤ ਰਿਹਾ ਹੈ। ਕੀਟ ਹਸਤੀ ਬਣਿਆ ਦਾ ਮਤਲਬ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਜੀਵ ਉਹਦੀ ਬਣਤਰ ਵਿੱਚ ਹੀ ਬਣੇ ਨੇ, ਉਹਨਾਂ ਦੇ ਵਿੱਚ ਉਹ ਹੀ ਵਸ ਰਿਹਾ। ਉੱਚੇ ਨੀਵੇਂ, ਕੀੜੀ, ਹਾਥੀ, ਨਿਮਾਣੇ ਹੰਕਾਰੀ, ਸਾਰਿਆਂ ਦੇ ਅੰਦਰ ਉਹ ਵਸ ਰਿਹਾ ਹੈ। ਇੱਕ ਰਸ ਵਸ ਰਿਹਾ ਹੈ, ਇੱਕੋ ਹੀ ਵਸ ਰਿਹਾ ਹੈ। ਹੁਣ ਦੇਖੋ, ਜੇ ਅਸੀਂ ਇਸ ਚੀਜ਼ ਨੂੰ ਦੇ ਉੱਤੇ ਵਿਸ਼ਵਾਸ ਲੈ ਆਈਏ, ਈਮਾਨ ਲੈ ਆਈਏ, ਤਾਂ ਸਾਡੀ ਕਿੰਨੀ ਵੱਡੀ ਸਮੱਸਿਆ ਸੋਲਵ ਹੋ ਜਾਂਦੀ ਹੈ ਕਿ ਰੱਬ ਕਿਤੇ ਉੱਤੇ ਆਕਾਸ਼ ਵਿੱਚ ਬੈਠਾ ਹੈ, ਜੰਨਤ ਵਿੱਚ, ਦੋਜ਼ਖ ਵਿੱਚ, ਜਾਂ ਕਿਤੇ ਕਿਤੇ, ਤਾਂ ਉਹ ਸਾਰਾ ਕੁਝ ਸਾਡਾ ਭਰਮ ਮਿਟ ਜਾਂਦਾ ਹੈ, ਕਿਉਂਕਿ ਹਰ ਹਿਰਦੇ ਦੇ ਵਿੱਚ ਵਸ ਰਿਹਾ ਹੈ। ਜ਼ਰੂਰਤ ਤਾਂ ਉਹਨੂੰ ਅਨੁਭਵ ਕਰਨ ਦੀ ਹੈ, ਜ਼ਰੂਰਤ ਤਾਂ ਉਹਦੇ ਗੁਣਾਂ ਦੇ ਨਾਲ ਜੁੜਨ ਦੀ ਹੈ। ਮੀਤ ਸਖਾ ਸੁਤ ਬੰਧਿਪੋ, ਸਭ ਤਿਸ ਦੇ ਜਣਿਆ। ਜਣਿਆ ਦਾ ਮਤਲਬ ਪੈਦਾ ਕੀਤੇ। ਮਿੱਤਰ, ਸਾਥੀ, ਪੁੱਤਰ, ਸੰਬੰਧੀ, ਸਾਰੇ ਉਸ ਪ੍ਰਭੂ ਦੇ ਪੈਦਾ ਕੀਤੇ ਹੋਏ ਨੇ। ਸਾਖਾ ਦਾ ਮਤਲਬ ਸਾਥੀ, ਮੀਤ ਦਾ ਮਤਲਬ ਮਿੱਤਰ, ਸੁਤ ਦਾ ਮਤਲਬ ਧੀਆਂ ਪੁੱਤਰ, ਬੰਧਪੋ ਦਾ ਮਤਲਬ ਰਿਸ਼ਤੇਦਾਰ। ਸਾਰੇ ਮਿੱਤਰ, ਸਾਥੀ, ਪੁੱਤਰ, ਸੰਬੰਧੀ ਸਭ ਪ੍ਰਭੂ ਦੇ ਪੈਦਾ ਕੀਤੇ ਨੇ। ਹੁਣ ਜੇ ਇਸ ਗੱਲ ਨੂੰ ਅਸੀਂ ਮੰਨੀਏ ਕਿ ਪ੍ਰਭੂ ਦੇ ਪੈਦਾ ਕੀਤੇ ਨੇ, ਤੇ ਪ੍ਰਭੂ ਸਾਡਾ ਸਾਰਿਆਂ ਦਾ ਮਾਂ-ਬਾਪ ਹੈ, ਤੇ ਜੇ ਤੁਸੀਂ ਆਪਣੇ ਗਮਲਿਆਂ ਦੇ ਵਿੱਚ ਫੁੱਲ ਲਗਾਏ ਹੋਣ ਤੇ ਕੋਈ ਤੁਹਾਡੇ ਗਮਲਿਆਂ ਦੇ ਫੁੱਲਾਂ ਨੂੰ ਪੁੱਟ ਕੇ ਲੈ ਜਾਏ, ਜਾਂ ਤੁਹਾਡੇ ਸਾਹਮਣੇ ਪੁੱਟ ਦੇਵੇ, ਜਾਂ ਗਮਲੇ ਤੋੜ ਦੇਵੇ, ਤਾਂ ਕੀ ਫੀਲ ਕਰੋਗੇ? ਉਸ ਬੰਦੇ ਨਾਲ ਪਿਆਰ ਕਰੋਗੇ, ਜਾਂ ਉਹਨੂੰ ਸਿਰੋਪਾ ਦਿਓਗੇ ਵੀ ਯਾਰ ਤੂੰ ਸਾਡੇ ਗਮਲੇ ਤੋੜ ਜਾਣਾ, ਅਸੀਂ ਨਵੇਂ ਲਿਆ ਕੇ ਆ ਤੈਨੂੰ ਖੀਰ ਖਵਾਈਏ, ਸਿਰੋਪਾ ਦੇਈਏ? ਨਹੀਂ ਨਾ। ਤੇ ਜੇ ਕੋਈ ਤੁਹਾਡੇ ਗਮਲਾ ਖਰਾਬ ਹੋ ਰਿਹਾ ਹੋਵੇ ਤੇ ਉਹਦੇ ਵਿੱਚੋਂ ਪਾਣੀ, ਤੁਸੀਂ ਮਹਿਮਾਨ ਕਿਤੇ ਬਾਹਰ ਗਏ ਹੋ ਔਰ ਤੁਹਾਡਾ ਕੋਈ ਗੁਆਂਢੀ ਤੁਹਾਡੇ ਗਮਲਿਆਂ ਦੇ ਵਿੱਚ ਪਾਣੀ ਵਗੈਰਾ ਪਾ ਕੇ ਉਹਨਾਂ ਨੂੰ ਹਰਿਆ ਭਰਿਆ ਰੱਖੇ, ਤੇ ਉਹਦਾ ਧੰਨਵਾਦ ਕਰੋਗੇ ਨਾ?
ਆ ਸਾਰੇ ਰੱਬ ਦੇ ਹੀ ਤੇ ਬੂਟੇ ਲਾਏ ਹੋਏ ਨੇ, ਮਿੱਤਰ ਵੀ, ਧੀਆਂ ਵੀ, ਭੈਣ ਭਰਾ ਵੀ। ਤੇ ਇਹਨਾਂ ਰੱਬ ਦੇ ਬੂਟਿਆਂ ਨੂੰ ਤੋੜ ਕੇ, ਦੁਖੀ ਕਰਕੇ ਕੀ ਰੱਬ ਦੀ ਖੁਸ਼ੀ ਪਾ ਲਓਗੇ? ਨਹੀਂ ਨਾ। ਤਾਂ ਜੇ ਅਸੀਂ ਰੱਬ ਦੀ ਖੁਸ਼ੀ ਪਾਣੀ ਚਾਹੁੰਦੇ ਹਾਂ, ਫਿਰ ਰੱਬ ਦੀ ਇਸ ਮਨੁੱਖਤਾ ਦੇ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ। ਇਹ ਸਾਰੇ ਉਹਦੇ ਹੀ ਪੈਦਾ ਕੀਤੇ ਹੋਏ ਨੇ। ਜੇ ਬੰਦੇ ਦੀ ਗੱਲ ਇਹ ਸਮਝ ਵਿੱਚ ਆ ਜਾਏ, ਇਹਦੇ ਤੇ ਅਮਲ ਕਰੇ, ਤਾਂ ਸਾਡੇ ਰਿਸ਼ਤੇ ਨਾਤੇ ਕਿੰਨੇ ਮਹਾਨ ਹੋ ਸਕਦੇ ਨੇ। ਤੁਸ ਨਾਨਕ ਦੇਵੈ ਜਿਸ ਨਾਮ, ਤਿਨ ਹਰ ਰੰਗ ਮਣਿਆ। ਮਣਿਆ ਦਾ ਮਤਲਬ ਮਾਣਿਆ ਹੈ। ਤੁਸ ਦਾ ਮਤਲਬ ਤਰੁੱਠ ਕੇ। ਨਾਨਕ ਦੇਵੇ ਦਾ ਮਤਲਬ ਨਾਨਕ ਦਿੰਦਾ ਹੈ, ਗੁਰੂ ਦਿੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਭੂ ਤੁੱਠ ਕੇ ਜਿਸ ਨੂੰ ਨਾਮ ਦਿੰਦਾ ਹੈ, ਉਹਨੇ ਹਰੀ ਨਾਮ ਦਾ ਰੰਗ ਮਾਣਿਆ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਗੁਣ। ਜਿਹਨੂੰ ਰੱਬ ਰਹਿਮਤ ਕਰਕੇ ਹੁਕਮ ਦੇ ਅੰਦਰ ਰਜ਼ਾ ਦੇ ਵਿੱਚ ਤੁਰਨ ਦੀ ਸੂਝ ਬਖਸ਼ਦਾ ਹੈ, ਔਰ ਜਿਸ ਨੂੰ ਗੁਣਾਂ ਦੀ ਦਾਤ ਬਖਸ਼ਦਾ ਹੈ, ਉਹਨਾਂ ਨੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਿਆ ਹੈ। ਤਾਂ ਇਹਦਾ ਮਤਲਬ ਅਸੀਂ ਪ੍ਰਭੂ ਦੀ ਜੇ ਪ੍ਰਸੰਨਤਾ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਫਿਰ ਉਹਦੇ ਵਾਸਤੇ ਇੱਕ ਹੀ ਨਿਯਮ ਹੈ, ਰੱਬੀ ਰਜ਼ਾ ਦੇ ਅੰਦਰ ਤੁਰਨਾ ਔਰ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣਾ। ਜੇ ਅਸੀਂ ਐਸੀ ਜ਼ਿੰਦਗੀ ਜੀਂਦੇ ਹਾਂ, ਤਾਂ ਅਸੀਂ ਵੀ ਉਸ ਆਨੰਦ ਨੂੰ ਮਾਣ ਸਕਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰੀਏ। ਇਸ ਸੰਸਾਰ ਨੂੰ ਸੁਰਗ ਬਣਾਉਣ ਦੀ ਟਰਾਈ ਕਰੀਏ ਔਰ ਦੁਨੀਆ ਦੇ ਹਰ ਇਨਸਾਨ ਤੱਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸੰਦੇਸ਼ ਪਹੁੰਚਾਉਣ ਦਾ ਯਤਨ ਕਰੀਏ। ਇਹ ਸਾਡਾ ਹੱਕ ਵੀ ਹੈ, ਸਾਡਾ ਫਰਜ਼ ਵੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਹੁਣ ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਜਿਸ ਵੀ ਵੀਰ ਭੈਣ ਨੇ ਕੋਈ ਛੋਟਾ ਮੋਟਾ ਸਵਾਲ ਪੁੱਛਣਾ ਹੈ ਜਾਂ ਆਪਣੇ ਵਿਊਜ਼ ਅੱਜ ਦੀ ਵਿਚਾਰ ਬਾਰੇ ਦੇਣੇ ਨੇ, ਤਾਂ ਉਹ ਅਨਮਿਊਟ ਹੋ ਕੇ ਆਪਣੇ ਵਿਊਜ਼ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ